ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੁ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰਹੁ, ਕਾਢ ਭਵ ਜਲ ਫੇਰਿਆ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਭਲੀ ਸਰੀ ਜੇ ਉਬਰੀ, ਹੋਮੈ ਮੁਈ ਕਰਾਹੋ। ਦੂਤ ਲਗੇ ਫਿਰ ਚਾਕਰੀ, ਸਤਿਗੁਰ ਕਾਵੇ ਸਾਹੋ। ਭਲੀ ਸਰੀ ਜੇ ਉਬਰੀ, ਹੋਮੈ ਮੁਈ ਕਰਾਹੋ। ਦੂਤ ਲਗੇ ਫਿਰ ਚਾਕਰੀ, ਸਤਿਗੁਰ ਕਾਵੇ ਸਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ, ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ। ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਦੇ ਪਾਠ ਅਤੇ ਆਸਾ ਦੀ ਵਾਰ ਦਾ ਰਸ ਪਿੰਨਾ ਅੰਮ੍ਰਿਤਮਈ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਨਾਲ ਜੁੜੀਏ ਜੀ। ਨਿਰੰਕਾਰੀ ਜੋਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਕੇ ਭੁੱਲੇ ਭਟਕੇ ਕੁਰਾਹੇ ਪਏ ਹੋਏ ਜੀਵਾਂ ਨੂੰ ਸਿੱਧੇ ਰਸਤੇ ਤੇ ਪਾਉਂਦੇ ਹਨ। ਫਿਰ ਕਿੱਥੋਂ ਕਿੱਥੋਂ ਤੱਕ ਜਾ ਕੇ ਰੋਮ ਵਲੈਤ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ, ਮੈਂ ਉਹਨਾਂ ਥਾਵਾਂ ਦੀ ਗਿਣਤੀ ਨਹੀਂ ਕਰ ਸਕਦਾ। ਮੈਨੂੰ ਖੁਦ ਨੂੰ ਉਹਨਾਂ ਰਸਤਿਆਂ ਬਾਰੇ, ਉਹਨਾਂ ਟਾਪੂਆਂ ਸਮੁੰਦਰਾਂ ਬਾਰੇ ਕੋਈ ਜਾਣਕਾਰੀ ਨਹੀਂ ਜਿੱਧਰੋਂ ਜਿੱਧਰੋਂ ਗੁਰੂ ਨਾਨਕ ਸਾਹਿਬ ਗੁਜ਼ਰ ਕੇ ਗਏ। ਤੇ ਭਾਈ ਰਤਨ ਸਿੰਘ ਅਖੀਰ ਤੇ ਇੱਕ ਗੱਲ ਆਖਦੇ ਨੇ, ਬਾਬੇ ਕੀ ਗਤ ਬਾਬੋ ਜਾਣੈ। ਬਾਬੇ ਨਾਨਕ ਦੀ ਉਹਨਾਂ ਦੇ ਚੋਜਾਂ ਨੂੰ ਉਹ ਆਪ ਹੀ ਜਾਣਦੇ ਹਨ। ਤੁੱਛ ਬੁੱਧੀ ਵਾਲਾ ਕਲਯੁਗੀ ਜੀਵ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚੋਜਾਂ ਨੂੰ ਨਹੀਂ ਸਮਝ ਸਕਦਾ। ਪਾਕਪਟਨ ਦੇ ਵਿੱਚ ਭਗਤ ਫਰੀਦ ਸਾਹਿਬ ਦੇ ਪੋਤੇ ਚੇਲੇ ਸ਼ੇਖ ਬ੍ਰਹਮ ਨੂੰ ਉਪਦੇਸ਼ ਬਖਸ਼ਿਸ਼ ਕਰਨ ਤੋਂ ਬਾਅਦ ਗੁਰੂ ਸਾਹਿਬ ਵਾਪਸ ਕਰਤਾਰਪੁਰ ਆਏ। ਰਾਵੀ ਦੇ ਕਿਨਾਰੇ ਤੇ ਸੱਚੇ ਪਾਤਸ਼ਾਹ ਬੈਠੇ ਹਨ। ਸਿੱਖ ਸੰਗਤਾਂ ਨੇ ਆ ਕੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰੋ ਕਿ ਜਿਵੇਂ ਤੁਹਾਡੀ ਸੰਗਤ ਅਤੇ ਤੁਹਾਡਾ ਉਪਦੇਸ਼ ਸਰਵਣ ਕਰਨ ਦੇ ਨਾਲ ਸਾਡੇ ਮਨ ਵਿੱਚੋਂ ਵਿਕਾਰ ਖਤਮ ਹੋ ਗਏ ਨੇ, ਭਗਤੀ ਭਾਵਨਾ ਦੇ ਨਾਲ ਅਸੀਂ ਮਨ ਅੰਦਰੋਂ ਵਿਸ਼ੇ ਵਿਕਾਰਾਂ ਅਤੇ ਖੋਟੀਆਂ ਵਿਚਾਰਾਂ ਨੂੰ ਮਾਰ ਦਿੱਤਾ ਹੈ। ਹੁਣ ਆਪ ਜੀ ਇੱਕ ਹੋਰ ਬਖਸ਼ਿਸ਼ ਕਰੋ
ਤੇ ਸਾਨੂੰ ਪਰਮ ਪਵਿੱਤਰ ਆਪਣੀ ਪਾਵਨ ਬਾਣੀ ਦਾ ਉਪਦੇਸ਼ ਬਖਸ਼ੋ, ਜਿਸ ਦੇ ਨਾਲ ਸਾਡੇ ਮਨ ਅੰਦਰੋਂ ਦੁਨੀਆ ਦਾ ਜੋ ਡਰ ਹੈ ਇਹ ਵੀ ਖਤਮ ਹੋ ਜਾਏ। ਬਾਰ-ਬਾਰ ਮਨ ਅੰਦਰ ਕੋਈ ਚਿੰਤਾ, ਫਿਕਰ, ਪਰੇਸ਼ਾਨੀ ਜੋ ਹਮੇਸ਼ਾ ਬਣੀ ਰਹਿੰਦੀ ਹੈ, ਸਤਿਗੁਰੂ ਜੀ ਕਿਰਪਾ ਕਰੋ ਇਹਨਾਂ ਤੋਂ ਵੀ ਸਾਡਾ ਮਨ ਆਜ਼ਾਦ ਹੋ ਜਾਵੇ। ਐਸਾ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਤੁਹਾਡੀ ਕਿਰਪਾ ਦੇ ਨਾਲ ਵਿਕਾਰ ਸਾਡੇ ਅੰਦਰੋਂ ਮਰ ਗਏ ਨੇ। ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਅੱਜ ਦਾ ਪਾਵਨ ਸ਼ਬਦ ਉਚਾਰਨ ਕੀਤਾ ਹੈ। ਆਓ ਸ਼ਰਧਾ ਭਾਵਨਾ ਇਕਾਗਰਤਾ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਭਲੀ ਸਰੀ ਜੇ ਉਬਰੀ ਹੋਮੈ ਮੁਈ ਕਰਾਹੋ। ਗੁਰਬਾਣੀ ਦੇ 18 ਅੰਗ ਤੇ ਸ੍ਰੀ ਰਾਗ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਹੈ। ਹਜੂਰ ਕਹਿੰਦੇ ਭਲੀ ਸਰੀ ਜੇ ਉਬਰੀ। ਭਲੀ ਸਰੀ ਇਹਦਾ ਭਾਵ ਹੈ ਕਿ ਬਹੁਤ ਚੰਗਾ ਹੋਇਆ। ਸਰੀ ਤੋਂ ਭਾਵ ਹੈ ਹੋਈ, ਭਲੀ ਭਾਵ ਚੰਗੀ, ਬਹੁਤ ਚੰਗੀ ਗੱਲ ਹੋਈ ਹੈ, ਭਾਵ ਬੜਾ ਚੰਗਾ ਹੋਇਆ ਹੈ। ਜੇ ਉਬਰੀ, ਜੇਕਰ ਤੁਹਾਡੇ ਮਨ ਦੀ ਬਿਰਤੀ ਇਹਨਾਂ ਵਿਕਾਰਾਂ ਤੋਂ ਬਚ ਗਈ ਹੈ। ਹਉਮੈ ਮੁਈ ਘਰਾਹੋ, ਘਰ ਅੰਦਰੋਂ ਭਾਵ ਹਿਰਦੇ ਦੇ ਵਿੱਚੋਂ ਹਉਮੈ ਦੀ ਅੰਸ਼ ਵੀ ਖਤਮ ਹੋ ਗਈ ਹੈ। ਹਾਲਾਂਕਿ ਹੰਕਾਰ ਇੰਨਾ ਪ੍ਰਬਲ ਹੈ, ਰਿਸ਼ੀਆਂ ਮੁਨੀਆਂ ਪੈਗੰਬਰਾਂ ਨੂੰ ਵੀ ਇਸ ਹੰਕਾਰ ਨੇ ਬੜੀ ਭਾਰੀ ਮਾਰ ਮਾਰੀ ਹੈ। ਇਸ ਹੰਕਾਰ ਦੇ ਕਰਕੇ ਵੱਡੇ ਵੱਡੇ ਦੇਵੀ ਦੇਵਤੇ ਵੀ ਆਪਣਾ ਤਪ ਨਾਸ ਕਰ ਗਏ। ਪਰ ਜਿਸ ਸਿੱਖ ਨੇ ਆਪਣੇ ਹਿਰਦੇ ਘਰ ਵਿੱਚੋਂ ਇਸ ਹੰਕਾਰ ਨੂੰ ਖਤਮ ਕਰ ਲਿਆ ਹੈ, ਮਹਾਰਾਜ ਕਹਿੰਦੇ ਉਹ ਬੜੇ ਵੱਡੇ ਭਾਗਾਂ ਵਾਲਾ ਹੈ। ਉਹਦੀ ਜ਼ਿੰਦਗੀ ਵਿੱਚੋਂ ਵਿਕਾਰ ਖਤਮ ਹੋ ਗਏ, ਮਨ ਦੀ ਬਿਰਤੀ ਉਪਰਾਮ ਹੋ ਗਈ ਤੇ ਬੜਾ ਚੰਗਾ ਹੋਇਆ। ਭਾਵ ਕਿ ਇਹਦੇ ਨਾਲ ਦੀ ਕੋਈ ਦੂਸਰੀ ਦਾਤ ਹੀ ਨਹੀਂ ਜਿਹੜੇ ਸਿੱਖ ਦੀ ਮਨ ਬਿਰਤੀ ਵਿਕਾਰਾਂ ਤੋਂ, ਵਾਸ਼ਨਾਵਾਂ ਤੋਂ ਉਪਰਾਮ ਹੋ ਗਈ ਹੈ। ਨਹੀਂ ਤਾਂ ਕਲਯੁਗੀ ਜੀਵ ਹਰ ਇੱਕ ਬੰਦਾ ਇਹਨਾਂ ਵਿਕਾਰਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਗਲਤਾਨ ਹੈ ਕਿ ਮਹਾਰਾਜ ਕਹਿੰਦੇ ਨੇ ਕਿ ਦਿਵਸ ਚੜ੍ਹੈ ਫਿਰ ਆਥ ਵੈ ਰੈਣ ਸਬਾਈ ਜਾਏ, ਆਪ ਘਟੈ ਨਰ ਨਾਮ ਬੁੱਝੈ ਨਿਤ ਮੂਸਾ ਲਾਜ ਟੁਕਾਈ। ਦਿਨ ਚੜ੍ਹਦਾ ਹੈ ਕੰਮਾਂ ਧੰਦਿਆਂ ਦੇ ਵਿੱਚ, ਰਾਤ ਪੈ ਜਾਂਦੀ ਹੈ ਤੇ ਵਿਸ਼ੇ ਵਾਸ਼ਨਾਵਾਂ ਭੋਗਦਿਆਂ ਰਾਤ ਗੁਜ਼ਰ ਜਾਂਦੀ ਹੈ। ਫਿਰ ਅਗਲਾ ਦਿਨ ਚੜ੍ਹ ਜਾਂਦਾ ਹੈ ਤੇ ਇੰਜ ਹੀ ਖਾਂਦਿਆਂ ਪੀਂਦਿਆਂ ਹੰਡਾਉਂਦਿਆਂ ਬੰਦੇ ਦੀ ਉਮਰ ਬੀਤ ਜਾਂਦੀ ਹੈ। ਮਨੁੱਖ ਸਾਰੀ ਉਮਰ ਇਹਨਾਂ ਵਿਕਾਰਾਂ ਤੋਂ ਆਜ਼ਾਦ ਨਹੀਂ ਹੁੰਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਬੜੇ ਵੱਡੇ ਭਾਗਾਂ ਵਾਲਾ ਹੈ। ਬਹੁਤ ਵਧੀਆ ਹੋਇਆ ਜੋ ਮਨ ਵਿੱਚੋਂ ਵਿਕਾਰ ਬਿਰਤੀ, ਮਨ ਅੰਦਰੋਂ ਜੋ ਵਿਕਾਰੀ ਭਾਵਨਾ ਇਹ ਖਤਮ ਹੋ ਗਈ ਹੈ। ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾਵੇ ਸਾਹੋ। ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਸ ਦਿਨ ਤੋਂ ਤੁਹਾਡੇ ਉੱਪਰ ਵਿਸਾਹੋ ਭਾਵ ਭਰੋਸਾ ਰੱਖਿਆ ਹੈ, ਸਤਿਗੁਰ ਕਾ ਵਿਸਾਹੋ, ਗੁਰੂ ਦੇ ਉੱਪਰ ਭਰੋਸਾ ਰੱਖਿਆ, ਗੁਰੂ ਤੇ ਸ਼ਰਧਾ ਰੱਖੀ, ਦੂਤ ਲੱਗੇ ਫਿਰ ਚਾਕਰੀ। ਉਦੋਂ ਤੋਂ ਸਾਨੂੰ ਇੱਕ ਦਾਤ ਪ੍ਰਾਪਤ ਹੋਈ, ਉਦੋਂ ਤੋਂ ਸਾਨੂੰ ਇੱਕ ਬਖਸ਼ਿਸ਼ ਪ੍ਰਾਪਤ ਹੋਈ ਕਿ ਜਿਹੜੇ ਵਿਕਾਰ ਸਾਡੇ ਮਨ ਨੂੰ ਬੜੇ ਤੰਗ ਕਰਦੇ ਸੀ, ਉਹ ਵਿਕਾਰ ਸਾਡੇ ਨੌਕਰ ਬਣ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਨੌਕਰ ਬਣ ਗਏ ਹਨ। ਇਹਨਾਂ ਨੂੰ ਅਸਾਂ ਆਪਣੀ ਚਾਕਰੀ ਦੇ ਵਿੱਚ, ਨੌਕਰੀ ਵਿੱਚ ਲਗਾ ਲਿਆ ਹੈ।
ਵਿਚਾਰਮਾਲਾ ਦੇ ਵਿੱਚ ਪੰਡਿਤ ਅਨਾਥ ਦਾਸ ਕਹਿੰਦੇ ਨੇ ਕਿ ਕਾਮ ਆਦਿਕ ਸਮ ਤਾਂ ਭਏ ਉਹਦੇ ਸੋ ਇਹ ਪ੍ਰਕਾਰ, ਨਿਸਿਆਗਮ ਜਿਮ ਹੋਤ ਹੈ ਹੋਤ ਸਰਬ ਸੰਚਾਰ, ਹੋਤ ਅਲਪ ਸੰਚਾਰ। ਜਿਸ ਵਿਅਕਤੀ ਦੇ ਮਨ ਵਿੱਚ ਅਧਿਆਤਮਿਕ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਉਹਦੇ ਅੰਦਰ ਵਿਕਾਰ ਇਸ ਢੰਗ ਨਾਲ ਸੰਕੋਚੇ ਜਾਂਦੇ ਨੇ, ਭਾਵ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਨੇ। ਜਿਵੇਂ ਰਾਤ ਪੈਣ ਤੇ ਸਾਰਾ ਪਰਿਵਾਰ ਤੇ ਸਾਰੇ ਲੋਕ ਇੱਕ ਕਮਰੇ ਦੇ ਵਿੱਚ ਬੰਦ ਹੋ ਕੇ ਸੌਂ ਜਾਂਦੇ ਹਨ। ਦਿਨੇ ਕੋਈ ਕਿਸੇ ਕੰਮ ਦੇ ਵਿੱਚ ਰੁੱਝਿਆ ਹੁੰਦਾ, ਕੋਈ ਕਿਸੇ ਕੰਮ ਵਿੱਚ। ਦਿਨੇ ਮਨ ਦੀਆਂ ਬਿਰਤੀਆਂ ਵੀ ਬੜੀਆਂ ਖਿੰਡੀਆਂ ਪੁੰਡੀਆਂ ਹੁੰਦੀਆਂ ਨੇ। ਹਰ ਕੋਈ ਆਪਣੇ ਆਪਣੇ ਕੰਮ ਵਿੱਚ ਰੁੱਝਾ ਹੁੰਦਾ ਹੈ, ਪਰੰਤੂ ਰਾਤ ਪੈਣ ਤੇ ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਸੌਂ ਜਾਂਦੇ ਹਨ। ਇਸੇ ਤਰ੍ਹਾਂ ਭਾਈ ਇਹ ਵਿਕਾਰ ਰੱਬ ਦੇ ਪਿਆਰਿਆਂ ਦੇ ਅੰਦਰ ਇਵੇਂ ਅਲਪ ਭਾਵ ਛੋਟੇ ਹੋ ਕੇ ਬੜੇ ਸੂਖਮ ਬਣ ਕੇ ਸੰਚਾਰ ਸੰਕੋਚ ਕੇ ਇੱਕ ਥਾਂ ਤੇ ਇਕੱਤਰ ਹੋ ਕੇ ਬੈਠ ਗਏ ਨੇ। ਇਹਨਾਂ ਵਿਕਾਰਾਂ ਦਾ ਹੁਣ ਕੋਈ ਵੀ ਜ਼ੋਰ ਨਹੀਂ ਚੱਲਦਾ। ਦੂਤ ਲੱਗੇ ਫਿਰ ਚੱਕਰੀ। ਪ੍ਰਭਾਤੀ ਰਾਗ ਅੰਦਰ ਸਾਹਿਬਾਂ ਦਾ ਪਵਿੱਤਰ ਬਚਨ ਹੈ, ਆਏ ਪ੍ਰਭ ਪਹਿ ਅੰਚਰ ਲਾਗ, ਕਰਹੁ ਤਪਾਵਸ ਪ੍ਰਭ ਸਰਬਾਗ, ਪ੍ਰਭ ਹਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਮੇਰੇ ਪ੍ਰਭੂ ਉਸ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਨੇ ਮੇਰੇ ਤੇ ਇੱਕ ਕਿਰਪਾ ਕੀਤੀ ਹੈ ਕਿ ਜਿਹੜੇ ਦੂਤ ਵਿਕਾਰ ਅੱਜ ਤੱਕ ਮੈਨੂੰ ਸਤਾਉਂਦੇ ਸੀ, ਜਿਨ੍ਹਾਂ ਦੀ ਮੈਂ ਨੌਕਰੀ ਕਰਦਾ ਸੀ, ਜਿਨ੍ਹਾਂ ਦੀ ਮੈਂ ਹਮੇਸ਼ਾ ਗੁਲਾਮੀ ਕਰਦਾ ਸੀ, ਅੱਜ ਕਿਰਪਾ ਕਰਕੇ ਸੱਚੇ ਪਿਤਾ ਨੇ ਉਹਨਾਂ ਵਿਕਾਰਾਂ ਨੂੰ ਮੇਰੇ ਗੁਲਾਮ ਬਣਾ ਦਿੱਤਾ ਹੈ। ਸਗਲ ਦੂਤ ਮੇਰੀ ਸੇਵਾ ਲਾਏ। ਹੁਣ ਕਾਮ ਵਾਸ਼ਨਾ ਕਦੇ ਵੀ ਮਨ ਨੂੰ ਇਸ ਢੰਗ ਨਾਲ ਵਿਚਲਿਤ ਨਹੀਂ ਕਰਦੀ ਕਿ ਮਨ ਵਿਕਾਰਾਂ ਦੇ ਵਿੱਚ ਪੈ ਕੇ ਆਪਣੇ ਜੀਵਨ ਦਾ ਕੀਮਤੀ ਸਮਾਂ ਬਰਬਾਦ ਕਰ ਲਵੇ। ਵੈਸੇ ਵੀ ਅਕਾਲ ਪੁਰਖ ਨੇ ਕਾਮ ਵਾਸ਼ਨਾ ਸਿਰਫ ਸੰਤਾਨ ਦੀ ਉਤਪਤੀ ਵਾਸਤੇ ਹੀ ਪੈਦਾ ਕੀਤੀ ਹੈ, ਪਰ ਬੰਦੇ ਨੇ ਇਸ ਕਾਮ ਵਾਸ਼ਨਾ ਨੂੰ, ਵਿਕਾਰ ਨੂੰ ਬਹੁਤ ਜ਼ਿਆਦਾ ਵਧਾ ਕੇ ਇੱਕ ਵਿਕਾਰ ਬਣਾ ਲਿਆ ਤੇ ਇਸ ਨੂੰ ਆਪਣਾ ਔਗਣ ਬਣਾ ਲਿਆ। ਤੇ ਕ੍ਰੋਧ ਪਰਮਾਤਮਾ ਦੇ ਪਿਆਰੇ ਜਦੋਂ ਉਹਨਾਂ ਤੋਂ ਸਿਮਰਨ ਨਾ ਹੋਵੇ, ਸੇਵਾ ਨਾ ਹੋਵੇ, ਉਦੋਂ ਆਪਣੇ ਆਪ ਦੇ ਉੱਪਰ ਕ੍ਰੋਧ ਕਰਦੇ ਨੇ, ਉਹਨਾਂ ਨੂੰ ਗੁੱਸਾ ਚੜ੍ਹਦਾ ਹੈ ਕਿ ਅੱਜ ਅੰਮ੍ਰਿਤ ਵੇਲੇ ਨਹੀਂ ਉੱਠਿਆ ਗਿਆ, ਅੱਜ ਗੁਰਬਾਣੀ ਨਹੀਂ ਪੜ੍ਹੀ ਗਈ, ਅੱਜ ਸੇਵਾ ਨਹੀਂ ਹੋਈ। ਇਸ ਗੱਲ ਦਾ ਆਪਣੇ ਆਪ ਤੇ ਕ੍ਰੋਧ ਆਉਂਦਾ ਹੈ, ਭਾਵ ਕ੍ਰੋਧ ਵੀ ਹੁਣ ਸੇਵਾ ਦੇ ਵਿੱਚ ਲੱਗ ਗਿਆ। ਭਗਤ ਰਵਿਦਾਸ ਜੀ ਨੂੰ ਕਿਸੇ ਪ੍ਰੇਮੀ ਨੇ ਬੜਾ ਸੋਹਣਾ ਕੁੜਤਾ ਪਜਾਮਾ ਸਵਾ ਕੇ ਦਿੱਤਾ ਤੇ ਰਵਿਦਾਸ ਜੀ ਨੇ ਉਹ ਸਫੈਦ ਰੰਗ ਦਾ ਕੁੜਤਾ ਪਜਾਮਾ ਜਦੋਂ ਆਪਣੇ ਸਰੀਰ ਤੇ ਪਹਿਨਿਆ ਤੇ ਉਹਨਾਂ ਵਸਤਰਾਂ ਦਾ, ਕੱਪੜਿਆਂ ਦਾ ਇੰਨਾ ਮਨ ਵਿੱਚ ਮੋਹ ਆਇਆ ਤੇ ਆਪਣਾ ਹੀ ਸਰੀਰ ਬੜਾ ਸੁੰਦਰ ਲੱਗਣ ਲੱਗ ਪਿਆ। ਕਦੇ ਆਪਣੀ ਸੱਜੀ ਬਾਂਹ ਵੱਲ ਵੇਖਣ, ਕਦੇ ਖੱਬੀ ਬਾਂਹ ਵੱਲ ਵੇਖਣ, ਕਦੇ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣਾ ਸਾਰਾ ਸਰੀਰ ਵੇਖ ਕੇ ਬੜੇ ਖੁਸ਼ ਹੋਣ। ਸਵੇਰੇ ਬਸਤਰ ਪਹਿਨੇ ਸੀ, ਦੁਪਹਿਰ ਹੋ ਗਈ। ਦੁਪਹਿਰ ਹੁੰਦਿਆਂ ਭਗਤ ਰਵਿਦਾਸ ਜੀ ਨੂੰ ਇੰਜ ਮਹਿਸੂਸ ਹੋਇਆ ਕਿ ਅੱਜ ਕੋਈ ਘਾਟ ਰੜਕ ਰਹੀ ਹੈ। ਭਾਵੇਂ ਕੱਪੜੇ ਤਾਂ ਬੜੇ ਸੁੰਦਰ ਪਾਏ ਨੇ, ਪਰ ਮੇਰੇ ਮਨ ਨੂੰ ਅੱਜ ਬੇਚੈਨੀ, ਪਰੇਸ਼ਾਨੀ ਜੀ ਪਤਾ ਨਹੀਂ ਕਿਹੜੀ ਗੱਲ ਦੀ ਹੈ। ਤੇ ਅਚਾਨਕ ਮਨ ਵਿੱਚ ਖਿਆਲ ਆਇਆ
ਕਿ ਮਨਾ ਮੂਰਖਾ, ਇਹਨਾਂ ਕੱਪੜਿਆਂ ਦੇ ਲਾਲਚ ਵਿੱਚ ਆਪਣੇ ਸਰੀਰ ਦੀ ਸੁੰਦਰਤਾ ਨੂੰ ਵੇਖਦਿਆਂ ਹੋਇਆਂ ਤੇਰਾ ਮਨ ਇੰਨਾ ਭਟਕ ਗਿਆ, ਇੰਨਾ ਚੰਚਲ ਹੋ ਗਿਆ ਕਿ ਸਵੇਰ ਤੋਂ ਲੈ ਕੇ ਤੈਨੂੰ ਰੱਬ ਦੀ ਯਾਦ ਹੀ ਨਹੀਂ ਆਈ। ਜਦੋਂ ਮਨ ਵਿੱਚ ਇੰਨਾ ਖਿਆਲ ਆਇਆ ਤੇ ਰਵਿਦਾਸ ਜੀ ਨੂੰ ਆਪਣੇ ਆਪ ਤੇ ਬੜਾ ਗੁੱਸਾ ਆਇਆ। ਮਤਲਬ ਕਿ ਕ੍ਰੋਧ ਸੇਵਾ ਦੇ ਵਿੱਚ ਲੱਗ ਗਿਆ। ਦੂਤ ਲੱਗੇ ਫਿਰ ਚਾਕਰੀ। ਕ੍ਰੋਧ ਨੇ ਫਾਇਦਾ ਕਰ ਦਿੱਤਾ। ਹਾਲਾਂਕਿ ਇਹੀ ਕ੍ਰੋਧ ਹੈ ਜਿਹੜਾ ਬੜੇ ਬੜੇ ਵੱਡੇ ਅਨਰਥ ਕਰਵਾਉਂਦਾ ਹੈ। ਤੇ ਕਈ ਵਾਰੀ ਕ੍ਰੋਧ ਅਧੀਨ ਹੋ ਕੇ ਬੰਦਾ ਕੋਈ ਪਾਪ ਜਾਂ ਗਲਤੀ ਕਰ ਬੈਠਦਾ ਹੈ ਤੇ ਬਾਅਦ ਵਿੱਚ ਉਹਨੂੰ ਆਪ ਨੂੰ ਹੈਰਾਨੀ ਹੁੰਦੀ ਕਿ ਮੈਂ ਤਾਂ ਇਹ ਕਰਨ ਜੋਗਾ ਨਹੀਂ ਸੀ, ਪਤਾ ਨਹੀਂ ਮੇਰੇ ਤੋਂ ਕਿਉਂ ਹੋ ਗਿਆ। ਕਈ ਕਾਤਲਾਂ ਨੂੰ ਕਚਹਿਰੀਆਂ ਦੇ ਵਿੱਚ ਖਿਲਾਰ ਕੇ ਜਦੋਂ ਜੱਜਾਂ ਨੇ ਪੁੱਛਿਆ ਕਿ ਤੁਸੀਂ ਇਹ ਕਤਲ ਕਿਉਂ ਕੀਤਾ ਹੈ, ਉਹਨਾਂ ਕਾਤਲਾਂ ਨੇ ਜਵਾਬ ਦੇ ਦਿੱਤਾ, ਸਾਫ਼ ਮੁੱਕਰ ਗਏ, ਕਹਿੰਦੇ ਅਸੀਂ ਇਹ ਕਤਲ ਕੀਤਾ ਹੀ ਨਹੀਂ। ਪਹਿਲਾਂ ਤੇ ਜੱਜ ਤੇ ਵਕੀਲਾਂ ਨੇ ਸੋਚਿਆ ਕਿ ਸਜ਼ਾ ਤੋਂ ਡਰਦਾ ਹੋਇਆ ਝੂਠ ਬੋਲਦਾ ਹੈ, ਪਰ ਜਦੋਂ ਉਹਦੇ ਮਨ ਨੂੰ ਚੈੱਕ ਕੀਤਾ ਗਿਆ, ਉਹਦੇ ਦਿਮਾਗ ਨੂੰ, ਤੇ ਸੱਚਮੁੱਚ ਹੀ ਇਹ ਗੱਲ ਠੀਕ ਨਿਕਲੀ ਕਿ ਉਹ ਕਾਤਲ ਵੀ ਹੁਣ ਮੰਨਣ ਤੋਂ ਇਨਕਾਰੀ ਹੈ। ਉਹਨੂੰ ਆਪ ਨੂੰ ਵੀ ਹੁਣ ਯਾਦ ਨਹੀਂ ਕਿ ਮੈਂ ਕਤਲ ਕੀਤਾ ਹੈ। ਕਿਉਂਕਿ ਜਦੋਂ ਮਨ ਵਿੱਚ ਕ੍ਰੋਧ ਆਇਆ ਤੇ ਕ੍ਰੋਧ ਨੇ ਭਾਰੀ ਅਨਰਥ ਕਰਵਾ ਦਿੱਤਾ। ਲੇਕਿਨ ਜਦੋਂ ਗੁੱਸਾ ਠੰਡਾ ਹੋ ਗਿਆ, ਉਦੋਂ ਬੰਦੇ ਨੂੰ ਯਾਦ ਆਇਆ ਕਿ ਮੇਰੇ ਤੋਂ ਬੜਾ ਭਾਰੀ ਅਨਰਥ ਹੋ ਗਿਆ ਹੈ, ਤੇ ਬੰਦਾ ਫਿਰ ਇੰਜ ਵੀ ਸੋਚਦਾ ਕਿ ਮੈਂ ਤਾਂ ਇਹ ਨਹੀਂ ਸੀ ਕਰ ਸਕਦਾ। ਪਰ ਕ੍ਰੋਧ ਨੇ ਬੰਦੇ ਕੋਲੋਂ ਕਰਵਾ ਦਿੱਤਾ। ਗਰੀਬ ਨਵਾਜ ਕਹਿੰਦੇ, ਜਿਹੜਾ ਕ੍ਰੋਧ ਬੜੇ ਵੱਡੇ ਪਾਪ, ਅਨਰਥ ਅਤੇ ਜ਼ੁਲਮ ਕਰਵਾਉਂਦਾ ਹੈ, ਉਹੀ ਕ੍ਰੋਧ ਇੱਕ ਦਿਨ ਸੇਵਾਦਾਰ ਬਣ ਜਾਂਦਾ। ਰਵਿਦਾਸ ਨੂੰ ਆਪਣੇ ਆਪ ਤੇ ਗੁੱਸਾ ਆਇਆ ਤੇ ਚਿੱਟਾ ਜਿਹੜਾ ਕਮੀਜ਼ ਪਜਾਮਾ ਉਸ ਨੂੰ ਲਾ ਕੇ ਸੁੱਟ ਦਿੱਤਾ, ਗੋਦੜੀ ਪਹਿਨ ਲਈ, ਤੇ ਫਿਰ ਮਨ ਵਿੱਚ ਵਿਰਾਗ ਧਾਰਨ ਕਰਕੇ ਆਪਣੇ ਸਰੀਰ ਨੂੰ ਸੰਬੋਧਨ ਕਰਦਿਆਂ ਸ਼ਬਦ ਉਚਾਰਨ ਕੀਤਾ ਕਿ ਹੇ ਮੇਰੀ ਝੱਲੀ ਦੇਹ, ਹੇ ਮੇਰੇ ਝੱਲੇ ਸਰੀਰ, ਤੁਝ ਹੈ ਸੁਜੰਤਾ ਕਛੂ ਨਾਹੇ, ਪਹਿਰਾਵਾ ਦੇਖੇ ਊਬ ਜਾਹੇ, गर्भवती का नाही ठाओ, तेरी गर्दन ऊपर लवे काऊं, तू काए गर्भह बाबली, जैसे भादों खूब राज, तू तिसते खरी उतावली। भगत रविदास कहते ने, हे मेरे शरीर, हे मेरी काया, तू बहुत मूर्ख है। कपड़ियां दी सुंदरता वेख के ही तू बहुत खुश हो जाती है, पर याद रख तेरे सिर दे उपर काल दा सप मंडरा रहा है। तू काए गर्भह बावली, जैसे भादों खूब राज, तू तिसते खरी उतावली। भादरों दे महीने विच मींह पैण ते खुंबां उगदियां ने। उन्हां खुंबां दी मनियाद बड़ी थोड़ी हुंदी है, परंतु घट्टो घट 8 पैर 24 घंटे वो खुंबां भी कढ जांदियां ने। इन्ना किते खुंबां दे रहण दा भी भरोसा है, परंतु हे मेरे शरीर, हे मेरी काया, तू उन्हां खुंबां नालों भी ज्यादा काली है, तू तिस ते खरी उतावली। भाव के तेरा ते 24 घंटियां दा भी कोई भरोसा नहीं है। इवें भाई क्रोध भी सेवा विच लग जांदा। लोभ, लालच, साकत पुरुष लालच करदा है माया इकट्ठी करन दा, लेकिन संत जन लालच करदे ने सेवा सिमरन करन दा। लालच बिरती है, पर नाम रूपी गुणा नू, नाम रूपी धन नू इकट्ठा करन दा लालच है। फिर मोह, संगत दे नाल परमेश्वर दे प्यारियां अते महात्मा सखियां दे नाल एक गुरसिख दा मोह पैंदा है।
ਪਰਿਵਾਰ ਦੇ ਮੋਹ ਨੂੰ ਤਿਆਗ ਦਿੰਦਾ ਹੈ, ਪਰ ਸੰਤ ਜਨਾਂ ਦੇ ਨਾਲ ਮੋਹ ਪੈਂਦਾ, ਅਥਵਾ ਗੁਰੂ ਨਾਲ, ਗੁਰਸਿੱਖੀ ਦੇ ਨਾਲ ਮੋਹ ਪੈਦਾ ਹੋ ਜਾਂਦਾ। ਆਪਣੇ ਪਰਿਵਾਰ ਤੇ ਆਪਣੇ ਸਰੀਰ ਤੋਂ ਗੁਰਸਿੱਖੀ ਚੰਗੀ ਲੱਗਣ ਲੱਗ ਪੈਂਦੀ ਹੈ, ਤੇ ਲੋੜ ਪੈਣ ਤੇ ਸਿੱਖੀ ਦਾ ਇੰਨਾ ਮੋਹ, ਇੰਨਾ ਪ੍ਰੇਮ ਮਨ ਵਿੱਚ ਪੈਦਾ ਹੁੰਦਾ ਕਿ ਲੋੜ ਪੈਣ ਤੇ ਆਪਣਾ ਸਰੀਰ ਵੀ ਸਿੱਖੀ ਤੋਂ ਵਾਰ ਦਿੰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਉਹਦਾ ਮੋਹ ਵੀ ਸਮਝੋ ਸੇਵਾਦਾਰ ਬਣ ਗਿਆ। ਮੋਹ ਤੋਂ ਬਾਅਦ ਪੰਜਵਾਂ ਤੇ ਸਭ ਤੋਂ ਭਾਰੀ ਵਿਕਾਰ ਹੈ ਹੰਕਾਰ। ਦੁਨਿਆਵੀ ਮਨੁੱਖ ਹੰਕਾਰ ਕਰਦਾ ਹੈ ਆਪਣੇ ਧਨ ਦੌਲਤ ਦੇ ਉੱਪਰ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਸਿਕੰਦਰ ਲੋਧੀ ਬਾਦਸ਼ਾਹ ਨੂੰ ਆਖਿਆ ਕਿ ਤੈਨੂੰ ਆਪਣੀਆਂ ਫੌਜਾਂ ਦਾ ਹੰਕਾਰ ਹੈ, ਆਪਣੀ ਸਲਤਨਤ ਤੇ ਰਾਜ ਭਾਗ ਦਾ ਹੰਕਾਰ ਹੈ, ਲੇਕਿਨ ਮੇਰੇ ਮਨ ਵਿੱਚ ਮਾਨ ਹੈ ਆਪਣੇ ਆਪ ਤੇ ਨਹੀਂ, ਪਰਮਾਤਮਾ ਦੇ ਉੱਤੇ। ਤੁਮ ਕਰ ਲੱਖ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਤੇਰੇ ਘਰ ਵਿੱਚ ਲੱਖਾਂ ਦੀ ਤਾਦਾਦ ਵਿੱਚ ਫੌਜਾਂ ਨੇ, ਬੜੇ ਹਾਥੀ ਘੋੜਿਆਂ ਦਾ ਤੂੰ ਮਾਲਕ ਹੈ, ਦੂਰ ਦੂਰ ਤੱਕ ਤੇਰੇ ਨਾਮ ਦੇ ਡੰਕੇ ਵੱਜਦੇ ਨੇ, ਤੇਰੇ ਸਿਰ ਦੇ ਉੱਪਰ ਛਤਰਾਂ ਦੀ ਛਾਂ ਹੁੰਦੀ ਹੈ, ਤੇ ਤੈਨੂੰ ਆਪਣੀ ਸਾਰੀ ਸਲਤਨਤ ਦਾ ਬੜਾ ਹੰਕਾਰ ਹੈ। ਹੁਣ ਮੇਰੇ ਕੋਲ ਨਾ ਤੇ ਫੌਜਾਂ, ਨਾ ਮੇਰਾ ਰਾਜ ਭਾਗ, ਨਾ ਮੈਂ ਕੋਈ ਛੋਟਾ ਜਿਹਾ ਰਜਵਾੜਾ। ਮੈਨੂੰ ਮਾਣ ਹੈ ਸਿਰਫ ਆਪਣੇ ਪਰਮਾਤਮਾ ਪਤੀ ਦੇ ਉੱਪਰ। ਹਮ ਕਰ ਏਕ ਮੁਰਾਰੀ। ਗਰੀਬ ਨਵਾਜ ਬਾਦਸ਼ਾਹ ਕਹਿੰਦੇ ਸਿੱਖ ਵੀ ਮਾਣ ਕਰਦਾ ਹੈ ਪਰ ਆਪਣੇ ਆਪ ਤੇ ਨਹੀਂ। ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨਹਾਰੇ। ਹੇ ਮੇਰੇ ਪ੍ਰਭੂ ਵਾਹਿਗੁਰੂ ਜੀ, ਮੈਂ ਤੁਹਾਡੇ ਉੱਪਰ ਮਾਣ ਕਰਦਾ ਹਾਂ ਕਿ ਦੁੱਖਾਂ ਸੁੱਖਾਂ ਦੇ ਵਿੱਚ ਤੁਸੀਂ ਮੇਰੇ ਰਖਵਾਲੇ ਹੋ। ਤੁਝ ਉੱਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ। ਸੁਰਤ ਮਤ ਚਤੁਰਾਈ ਤਾਂ ਕਿ ਤੂੰ ਜਾਣਾਏ ਹੈ ਜਾਣੈ ਰਾਮ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਮੇਰਾ ਮਾਣ ਤਾਣ ਹੈ ਵਾਹਿਗੁਰੂ ਤੂੰ ਹੀ ਹੈ। ਇਵੇਂ ਭਾਈ ਪੰਜ ਵਿਕਾਰ, ਪੰਜ ਦੂਤ ਸੇਵਾਦਾਰ ਬਣ ਜਾਂਦੇ ਨੇ। ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਵੇਸਾਹੋ। ਜਿਨ੍ਹਾਂ ਗੁਰਸਿੱਖਾਂ ਦੇ ਅੰਦਰ ਗੁਰੂ ਉੱਪਰ ਪੂਰਨ ਭਰੋਸਾ ਹੈ, ਪੂਰਨ ਸ਼ਰਧਾ ਵਿਸ਼ਵਾਸ ਹੈ, ਉਹਨਾਂ ਨੂੰ ਵਿਕਾਰ ਸਤਾਉਂਦੇ ਨਹੀਂ, ਸਗੋਂ ਸੇਵਾਦਾਰ ਬਣ ਕੇ ਸੇਵਾ ਕਰਦੇ ਹਨ। ਕਲਪ ਤਿਆਗੀ ਬਾਦ ਹੈ, ਸੱਚਾ ਵੇ ਪਰਵਾਹੋ। ਗੁਰਮੁਖਾਂ ਨੇ ਕਲਪ ਭਾਵ ਕਲਪਨਾ ਨੂੰ ਤਿਆਗ ਦਿੱਤਾ, ਕਿਉਂਕਿ ਉਹਨਾਂ ਨੇ ਮਨ ਅੰਦਰ ਇਹ ਸਮਝ ਲਿਆ ਕਿ ਬਾਦ ਹੈ, ਕਲਪਨਾ ਵਿਅਰਥ ਹੈ। ਕਲਪਨਾ ਮਨ ਨੂੰ ਚੰਚਲ ਬਣਾਉਂਦੀ ਹੈ, ਕਲਪਨਾ ਮਨ ਨੂੰ ਦੁਖੀ ਕਰਦੀ ਹੈ। ਕਿਉਂਕਿ ਜ਼ਰੂਰੀ ਨਹੀਂ ਕਿ ਜਿਹੜੀ ਵੀ ਕਲਪਨਾ ਬੰਦਾ ਮਨ ਅੰਦਰ ਧਾਰਨ ਕਰੇ ਉਹੀ ਕਲਪਨਾ ਪੂਰੀ ਹੋ ਜਾਏ। ਬੰਦਾ ਤੇ ਵੱਧ ਤੋਂ ਵੱਧ ਧਨ ਚਾਹੁੰਦਾ ਹੈ, ਪਰ ਗੁਜ਼ਾਰੇ ਜੋਗੇ ਧਨ ਨਾਲ ਹੀ ਕਈ ਵਾਰੀ ਸਾਰੀ ਉਮਰ ਬਤੀਤ ਕਰਨੀ ਪੈਂਦੀ ਹੈ, ਕਲਪਨਾ ਪੂਰੀ ਨਹੀਂ ਹੁੰਦੀ। ਤੇ ਵਿਦਵਾਨਾਂ ਦਾ ਖਿਆਲ ਹੈ ਕਿ ਜੇ ਕਿਤੇ ਇੱਕ ਇੱਛਾ ਪੂਰੀ ਹੋ ਵੀ ਜਾਏ, ਉਹ ਇੱਛਾ ਪੂਰੀ ਹੋਣ ਤੋਂ ਪਹਿਲਾਂ ਆਪਣੇ ਮਗਰ 5-7 ਇੱਛਾਵਾਂ ਨੂੰ ਜਨਮ ਦੇ ਜਾਂਦੀ ਹੈ। ਫਿਰ ਬੰਦਾ ਹੋਰ ਕਈ ਯਤਨ ਕਰਕੇ ਉਹਨਾਂ 5-7 ਇੱਛਾਵਾਂ ਦੀ ਪੂਰਤੀ ਕਰਦਾ ਏ, ਪਰੰਤੂ ਉਹ 5-7 ਇੱਛਾਵਾਂ ਪੂਰੀਆਂ ਹੁੰਦੀਆਂ ਇੰਨਾ ਚਿਰ ਲਾ ਦਿੰਦੀਆਂ ਨੇ ਕਿ ਆਪਣੇ ਮਗਰ ਸੈਂਕੜੇ ਇੱਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ। ਬੰਦਾ ਤੇ ਸਾਰੀ ਉਮਰ ਕਲਪਨਾਵਾਂ ਦੇ ਵਿੱਚ ਹੀ ਉਲਝ ਜਾਂਦਾ ਹੈ।
ਹੁਣ ਉਮਰ ਦਾ ਅੱਧਿਓਂ ਜ਼ਿਆਦਾ ਭਾਗ ਬੀਤ ਗਿਆ ਤੇ ਇੱਛਾਵਾਂ ਦੀ ਗਿਣਤੀ ਪਹਿਲਾਂ 5 7 10 ਸੀ, 50 ਹੋਈਆਂ, ਸੈਂਕੜੇ ਹੋਈਆਂ ਤੇ ਹੁਣ ਸੈਂਕੜੇ ਤੋਂ ਬਾਅਦ ਹਜ਼ਾਰਾਂ ਇੱਛਾਵਾਂ ਮਨ ਵਿੱਚ ਪੈਦਾ ਹੋ ਗਈਆਂ। ਤੇ ਉਹ ਹਜ਼ਾਰਾਂ ਇੱਛਾਵਾਂ ਦੀ ਬੰਦਾ ਪੂਰਤੀ ਕਰ ਸਕੇ, ਇੰਨਾ ਲੰਬਾ ਸਮਾਂ ਪ੍ਰਮਾਤਮਾ ਨੇ ਬੰਦੇ ਨੂੰ ਨਹੀਂ ਦਿੱਤਾ। ਇੰਨੀ ਮੋਹਲਤ, ਇੰਨਾ ਵਕਤ ਪਰਮੇਸ਼ਰ ਨੇ ਨਹੀਂ ਦਿੱਤਾ। ਤੇ ਫਿਰ ਹੁੰਦਾ ਕੀ ਹੈ? ਕਲਪਨਾ ਤੇ ਇੱਛਾਵਾਂ ਦੀ ਗੱਠ ਬੰਨ੍ਹ ਕੇ ਬੰਦਾ ਮਰ ਜਾਂਦਾ ਹੈ ਤੇ ਅੰਤਲੇ ਸਮੇਂ ਜਿਸ ਤਰ੍ਹਾਂ ਦੀ ਸੋਚ ਸੋਚਦਾ ਹੋਇਆ, ਜਿਵੇਂ ਦੀ ਵਾਸ਼ਨਾ ਮਨ ਵਿੱਚ ਲੈ ਕੇ ਮੌਤ ਹੁੰਦੀ ਹੈ, ਉਹੋ ਜਿਹਾ ਜਨਮ ਦੁਬਾਰਾ ਹੋ ਜਾਂਦਾ ਹੈ। ਇਸ ਕਰਕੇ ਕਲਪਨਾ ਦੁੱਖ ਰੂਪ ਹੈ। ਮੌਤ ਆਉਣ ਤੋਂ ਪਹਿਲਾਂ 4 ਘੜੀਆਂ ਵਾਸਤੇ ਹਰ ਬੰਦਾ ਬੇਹੋਸ਼ ਹੋ ਜਾਂਦਾ। ਕੁਝ ਪਲਾਂ ਵਾਸਤੇ ਤਾਂ ਹਰ ਕੋਈ ਬੇਹੋਸ਼ ਹੁੰਦਾ ਹੈ, ਔਰ ਉਸ ਬੇਹੋਸ਼ੀ ਤੋਂ ਬਾਅਦ ਵਿੱਚ 1-2 ਪਲ ਹੋਸ਼ ਜ਼ਰੂਰ ਆਉਂਦੀ ਹੈ। ਉਸ ਹੋਸ਼ ਦੇ ਸਮੇਂ ਬੰਦਾ ਜੋ ਕੁਝ ਵੀ ਸੋਚਦਾ ਹੈ, ਬਸ ਉਹੀ ਜਨਮ ਮਿਲ ਜਾਂਦਾ। ਭਾਵ ਉਹ ਸਮਾਂ ਚੋਣ ਕਰਦਾ ਹੈ ਕਿ ਇਹਨੂੰ ਅਗਲੇ ਜਨਮ ਦੇ ਵਿੱਚ ਕਿਹੜੀ ਜੂਨ ਵਿੱਚ ਪਾਉਣਾ ਹੈ। ਉਹੀ ਸਮਾਂ ਚੋਣ ਕਰਦਾ ਜਿਹੜਾ ਅੰਤਲਾ ਸਮਾਂ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਤੋ ਮਹਾਰਾਜ ਇਸ ਕਰਕੇ ਕਹਿੰਦੇ ਨੇ ਕਿ ਜਦੋਂ ਪਤਾ ਲੱਗਿਆ, ਜਦੋਂ ਗਿਆਨ ਹੋਇਆ ਕਿ ਕਲਪਨਾ ਨੇ ਵਾਰ-ਵਾਰ ਜੰਮਣ ਮਰਨ ਦੇ ਗੇੜ ਵਿੱਚ ਪਾਉਣਾ ਹੈ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੈ ਜਾਵੈ, ਜਦੋਂ ਇਹ ਗਿਆਨ ਹੋਇਆ ਉਸ ਦਿਨ ਤੋਂ ਅਸੀਂ ਕਲਪਨਾ ਨੂੰ ਤਿਆਗ ਦਿੱਤਾ। ਇੱਛਾਵਾਂ ਨੂੰ ਠੋਕਰ ਮਾਰ ਦਿੱਤੀ ਕਿ ਅੱਜ ਤੋਂ ਬਾਅਦ ਕੋਈ ਵੀ ਨਵੀਂ ਇੱਛਾ ਮਨ ਵਿੱਚ ਨਹੀਂ ਧਾਰਨ ਕਰਨੀ। ਇਨ੍ਹਾਂ ਇੱਛਾਵਾਂ ਨੇ ਮੇਰੇ ਜੀਵਨ ਦਾ ਅੱਗੇ ਹੀ ਬੜਾ ਸਮਾਂ ਬਰਬਾਦ ਕਰ ਦਿੱਤਾ ਹੈ। ਉਰਦੂ ਦੇ ਇੱਕ ਵਿਦਵਾਨ ਕਵੀ ਦੀਆਂ ਬੜੀਆਂ ਸੁੰਦਰ ਲਾਈਨਾਂ ਨੇ कि उम्रे दराज मांग कर लाए थे 4 दिन, 2 आरज़ू में कट गई 2 इंतजार में। उम्रे दराज मांग कर लाए थे 4 दिन, 2 आरज़ू में कट गई 2 इंतजार में। इन हसरतों से कह दो कहीं और जा बसे, इतनी जगह कहाँ है दिले दागदार में। मेरे दिल विच इन्नी थां नहीं कि इस तो ज़्यादा होर इच्छावां नूं मैं रख सकां। इस करके इन्हां कल्पनावां दे अगे मेरी बेनती है कि जाओ किसी होर दिल विच जाके अपना वासा करो, मेरे अंदर तुहानूं सांभण दी कोई थां नहीं है। कल्प त्यागी बाध है। इच्छावां व्यर्थ ने ये सोच के मन विचों इच्छावां दा त्याग कर दिता है। सच्चा बेपरवाह ਉਹ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ, ਜਿਸ ਨੂੰ ਕਿਸੇ ਰਾਜੇ ਮਹਾਰਾਜੇ ਦੀ ਕੋਈ ਪਰਵਾਹ ਨਹੀਂ, ਜਿਹੜਾ ਕਿਸੇ ਵੀ ਸਲਾਹਕਾਰ ਵਜ਼ੀਰ ਮੰਤਰੀ ਤੋਂ ਫੈਸਲਾ ਕਰਕੇ ਕੋਈ ਆਰਡਰ ਨਹੀਂ ਕਰਦਾ, ਉਹ ਸਵੈ ਇੱਛਾ ਦੇ ਨਾਲ ਸਾਰੇ ਫੈਸਲੇ ਕਰਦਾ ਹੈ। ਉਸ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਦੀ ਇੰਨੀ ਮਹਾਨ ਕਿਰਪਾ ਹੋਈ ਕਿ ਮਨ ਨੂੰ ਚੰਚਲ ਕਰਨ ਵਾਲੀਆਂ ਕਲਪਨਾਵਾਂ ਨੂੰ ਤਿਆਗ ਦਿੱਤਾ ਹੈ। ਮਨ ਰੇ ਸੱਚ ਮਿਲੈ ਭਉ ਜਾਏ। ਹੇ ਮੇਰੇ ਪਿਆਰੇ ਮਨ, ਜੇਕਰ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਤੂੰ ਮਿਲ ਜਾਵੇਂ, ਤੇਰੀ ਬਿਰਤੀ ਉਸ ਵਿੱਚ ਅਭੇਦ ਹੋ ਜਾਏ, ਤਾਂ ਇਹ ਦਾਤ ਪ੍ਰਾਪਤ ਹੋਵੇਗੀ ਕਿ ਭਉ ਜਾਏ। ਦਰਅਸਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਨੇ ਬੇਨਤੀ ਵੀ ਇਹੀ ਕੀਤੀ, ਮਹਾਰਾਜ ਕਿਰਪਾ ਕਰਕੇ ਦੱਸੋ ਕਿ ਭਉ ਕਿਵੇਂ ਖਤਮ ਹੋਵੇ। ਗੁਰੂ ਸਾਹਿਬ ਕਹਿੰਦੇ ਸੱਚ ਮਿਲੇ ਭਉ ਜਾਏ।
ਜਦੋਂ ਸੱਚੇ ਪਿਤਾ ਵਾਹਿਗੁਰੂ ਦੇ ਵਿੱਚ ਮਨ ਬਿਰਤੀ ਨੂੰ ਅਭੇਦ ਕਰ ਦਈਏ, ਉਦੋਂ ਮਨ ਅੰਦਰੋਂ ਡਰ ਖਤਮ ਹੋ ਜਾਂਦਾ ਹੈ। ਭੈ ਬਿਨ ਨਿਰਭਉ ਕਿਉ ਥੀਐ, ਗੁਰਮੁਖ ਸ਼ਬਦ ਸਮਾਏ। ਪਰਮੇਸ਼ਰ ਵਾਹਿਗੁਰੂ ਦੇ ਨਿਰਮਲ ਭਉ ਤੋਂ ਬਗੈਰ ਸੰਸਾਰ ਦੇ ਵਿੱਚ ਵਿਚਰਨ ਵਾਲਾ ਜੀਵ ਨਿਰਭਉ ਨਹੀਂ ਹੋ ਸਕਦਾ। ਭੈ ਬਿਨ ਨਿਰਭਉ ਕਿਉ ਥੀਐ। ਪਹਿਲੇ ਭੈ ਦਾ ਅਰਥ ਹੈ ਕਿ ਨਿਰਮਲ ਭੈ, ਪਰਮੇਸ਼ਰ ਦਾ ਡਰ। ਦੂਸਰੇ ਨਿਰਭਉ ਦਾ ਅਰਥ ਹੈ ਕਿ ਦੁਨਿਆਵੀ ਡਰ ਤੋਂ ਰਹਿਤ ਹੋ ਜਾਣਾ। ਜਦੋਂ ਤੱਕ ਮਨ ਅੰਦਰ ਨਿਰਮਲ ਭਉ ਨਹੀਂ ਪੈਦਾ ਹੁੰਦਾ, ਉਦੋਂ ਤੱਕ ਦੁਨੀਆ ਦਾ ਮਲੀਨ ਭਉ ਖਤਮ ਨਹੀਂ ਹੋ ਸਕਦਾ। ਬਾਣੀ ਦਾ ਬਚਨ ਹੈ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸੁਆਮੀ ਸਰਬ ਰਹਿਆ ਭਰਪੂਰੇ। ਜਦੋਂ ਪਰਮੇਸ਼ਰ ਦੀ ਕਿਰਪਾ ਦੁਆਰਾ ਮਨ ਅੰਦਰ ਨਿਰਮਲ ਭਉ ਪੈਦਾ ਹੁੰਦਾ ਹੈ, ਦੇਖੋ ਨਿਰਮਲ ਭਉ ਦੀ ਕੀ ਪਛਾਣ ਹੈ ਕਿ ਹਰ ਵਕਤ ਰੱਬ ਦੇ ਭਉ ਵਿੱਚ ਰਹਿਣਾ। ਮਨ ਅੰਦਰ ਇਹੋ ਸੋਚਾਂ ਸੋਚਦੇ ਰਹਿਣਾ ਕਿ ਮੇਰੇ ਤੋਂ ਕਿਧਰੇ ਕੋਈ ਪਾਪ ਨਾ ਹੋ ਜਾਵੇ, ਤੇ ਕੋਈ ਛੋਟੀ ਜਿਹੀ ਵੀ ਗਲਤੀ ਹੋ ਜਾਣੀ ਤੇ ਉਹਦਾ ਪਛਤਾਵਾ ਕਰਨਾ। ਇਹ ਨਿਰਮਲ ਭਉ ਦੀ ਨਿਸ਼ਾਨੀ ਹੈ। ਜਿਸ ਦਾ ਮਨ ਮੈਲਾ ਹੈ, ਉਹ ਤਾਂ ਵੱਡੇ ਵੱਡੇ ਪਾਪ ਕਮਾਉਣ ਤੋਂ ਬਾਅਦ ਵੀ ਪਛਤਾਵਾ ਨਹੀਂ ਕਰਦਾ। ਪਰ ਪਿਆਰਿਓ, ਜਿਸ ਦਾ ਮਨ ਪਵਿੱਤਰ ਹੈ, ਉਹਦੇ ਤੋਂ ਛੋਟੀ ਜਿਹੀ ਵੀ ਕੋਈ ਗਲਤੀ ਹੋ ਜਾਵੇ ਤਾਂ ਵੀ ਉਹਦੇ ਮਨ ਵਿੱਚ ਪਛਤਾਵਾ ਲੱਗਾ ਰਹਿੰਦਾ ਹੈ ਕਿ ਰੱਬ ਕਿਰਪਾ ਕਰਕੇ ਮੈਨੂੰ ਮਾਫ ਕਰ ਦੇਵੇ। ਮਹਾਰਾਜ ਕਹਿੰਦੇ, ਜਦੋਂ ਇਹ ਭਉ ਮਨ ਵਿੱਚ ਪੈਦਾ ਹੋਵੇਗਾ, ਉਦੋਂ ਦੁਨੀਆ ਦਾ ਭਉ ਖਤਮ ਹੋ ਜਾਏਗਾ। ਵੈਸੇ ਕੁਦਰਤ ਦਾ ਇਹ ਨਿਯਮ ਹੈ ਕਿ ਚੂਹਾ ਬਿੱਲੀ ਤੋਂ ਡਰਦਾ ਹੈ, ਬਿੱਲੀ ਕੁੱਤੇ ਤੋਂ ਡਰਦੀ ਹੈ, ਕੁੱਤਾ ਸੋਟੇ ਤੋਂ ਡਰਦਾ ਹੈ, ਤੇ ਸੋਟਾ ਅੱਗ ਤੋਂ ਡਰਦਾ ਹੈ, ਅੱਗ ਪਾਣੀ ਤੋਂ ਡਰਦੀ ਹੈ। ਕੁਦਰਤ ਦੇ ਵਿੱਚ ਕੋਈ ਵੀ ਐਸੀ ਵਸਤੂ ਨਹੀਂ ਜਿਹੜੀ ਡਰਦੀ ਨਾ ਹੋਵੇ। ਡਰ ਪੈ ਧਰਤ ਆਕਾਸ ਨਖਿਅਤਰਾ, ਸਿਰ ਉਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ, ਡਰ ਪੈ ਇੰਦਰ ਵਿਚਾਰਾ। ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮਿਲ ਗਾਏ ਗੁਣੀ। ਇਸ ਧਰਤੀ ਦੇ ਉੱਪਰ ਅਸੀਂ ਇੱਕ ਵਿਅਕਤੀ ਨੂੰ ਹੀ ਨਿਡਰ ਵੇਖਿਆ ਹੈ, ਨਿਰਭਉ ਵੇਖਿਆ ਹੈ। ਕਿਹੜਾ? ਜੋ ਗੁਰ ਮਿਲ ਗਾਏ ਗੁਣੀ, ਜਿਹੜਾ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਉਚਾਰਦਾ ਹੈ। ਉਹਦੇ ਤੋਂ ਇਲਾਵਾ ਸਾਰੀ ਦੁਨੀਆ ਦੇ तमाम ਜੀਵ ਡਰਦੇ ਨੇ। ਸਗਲ ਸਮੱਗਰੀ ਡਰ ਹੈ ਵਿਆਪੀ, ਬਿਨ ਡਰ ਕਰਨੈ ਹਾਰਾ। ਸਾਰੀ ਦੁਨੀਆ ਡਰ ਦੇ ਅਧੀਨ ਹੈ। ਨਿਡਰ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਜਾਂ ਉਸ ਨਾਲ ਜੁੜੇ ਸੰਤ ਭਗਤ। ਭੈ ਬਿਨ ਨਿਰਭਉ ਕਿਉ ਥੀਐ। हे ਭਾਈ, ਪਰਮੇਸ਼ਰ ਦੇ ਨਿਰਮਲ ਭਉ ਤੋਂ ਬਗੈਰ ਸੰਸਾਰ ਦੇ ਅੰਦਰ ਬੰਦਾ ਨਿਡਰ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ, ਨਿਰਭਉ ਜਪੈ ਸਗਲ ਭਉ ਮਿਟੈ। ਦੁਨੀਆ ਦੇ ਸਾਰੇ ਡਰ ਖਤਮ ਹੋ ਜਾਂਦੇ ਨੇ। ਔਰ ਇਹਨਾਂ ਡਰਾਂ ਦੇ ਵਿੱਚੋਂ 7 ਪ੍ਰਕਾਰ ਦਾ ਡਰ ਪ੍ਰਮੁੱਖ ਤੌਰ ਤੇ ਮੰਨਿਆ ਗਿਆ ਹੈ। ਉਂਝ ਤਾਂ ਅਨੇਕਾਂ ਹੀ ਡਰ ਨੇ। ਤੇ ਮਹਾਰਾਜ ਕਹਿੰਦੇ, ਇਹ 7 ਪ੍ਰਕਾਰ ਦਾ ਭਉ ਵੀ ਮਨ ਵਿੱਚ ਨਹੀਂ ਰਹਿੰਦਾ। ਬਿਰਤੀ ਆਜ਼ਾਦ ਆਨਾ ਹੋ ਜਾਂਦੀ ਹੈ। ਗੁਰਮੁਖ ਸ਼ਬਦ ਸਮਾਏ। ਮੁਖੀ ਗੁਰਾਂ ਤੋਂ ਉਪਦੇਸ਼ ਲੈ ਕੇ ਗੁਰਸਿੱਖ ਸ਼ਬਦ ਦੇ ਵਿੱਚ ਲੀਨ ਹੋ ਜਾਂਦੇ ਨੇ। ਅਭੇਦਤਾ ਪ੍ਰਾਪਤ ਕਰਕੇ ਮਨ ਸਦਾ ਵਾਸਤੇ ਸੁਖ ਅਵਸਥਾ ਨੂੰ ਮਾਣਦਾ ਹੈ। ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਕੀਤਾ ਆਖਣ ਆਖੀਐ, ਆਖਣ ਟੋਟ ਨਾ ਹੋਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕੀਤਾ ਆਖਣ ਆਖੀਐ। ਭਾਵ ਕਿੰਨੀ ਕੁ ਪਰਮਾਤਮਾ ਦੀ ਸਿਫਤ ਆਖੀਏ, ਮਤਲਬ ਕਿ ਬਿਆਨ ਕਰੀਏ। ਬਿਆਨ ਕਰਨ ਦੇ ਨਾਲ, ਉਚਾਰਨ ਕਰਨ ਦੇ ਨਾਲ ਤੋਟ ਨਾ ਹੋਏ, ਉਹਦੀ ਸਿਫਤ ਮੁੱਕ ਨਹੀਂ ਸਕਦੀ। ਰਸਨਾ ਇੱਕ ਹੈ, ਪਰ ਸਿਫਤ ਉਹਦੀ ਬੇਅੰਤ ਹੈ।
ਫਿਰ ਇੱਕ ਰਸਨਾ ਦੇ ਨਾਲ ਉਸ ਬੇਅੰਤ ਪ੍ਰਭੂ ਦੀ ਕਿਵੇਂ ਸਿਫਤ ਹੋ ਸਕਦੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਹੇ ਪਰਮੇਸ਼ਰ, ਤੇਰੇ ਗੁਣ ਬੜੇ ਨੇ ਤੇ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਕਿ ਸਾਰੇ ਗੁਣਾਂ ਦਾ ਗਾਇਨ ਕਰ ਸਕਾਂ। ਇਸ ਕਰਕੇ ਇੱਕ ਮਿਹਰ ਕਰ ਕਿ ਮੇਰੀ ਇੱਕ ਜ਼ਬਾਨ ਕਰੋੜਾਂ ਜ਼ਬਾਨਾਂ ਦਾ ਰੂਪ ਧਾਰਨ ਕਰ ਲਵੇ। ਕੋਟ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ। ਮੇਰਾ ਮੁਖ ਭਾਵ ਮੇਰੀ ਰਸਨਾ ਕਰੋੜਾਂ ਜ਼ਬਾਨਾਂ ਦੇ ਨਾਲ ਤੇਰੀ ਸਿਫਤ ਕਰੇ, ਕਿਉਂਕਿ ਸਿਫਤ ਅਥਾਹ ਹੈ, ਪਰ ਮੇਰੇ ਕੋਲ ਜ਼ਬਾਨ ਇੱਕ ਹੈ। ਮੇਰੀ ਮਜਬੂਰੀ ਇਹ ਹੈ, ਇੱਕ ਜ਼ਬਾਨ ਦੇ ਨਾਲ ਬੇਅੰਤ ਪ੍ਰਭੂ ਦੀ ਸਿਫਤ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਕਿ ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਹੇ ਵਾਹਿਗੁਰੂ, ਕਿਰਪਾ ਕਰ ਮੇਰੀ ਜ਼ਬਾਨ ਇੱਕ ਤੋਂ ਲੱਖ ਹੋ ਜਾਵੇ ਤੇ ਲੱਖ ਤੋਂ ਬਾਅਦ 20 ਲੱਖ ਜ਼ਬਾਨਾਂ ਬਣ ਜਾਣ। ਮੈਂ ਉਹਨਾਂ 20 ਲੱਖ ਜ਼ਬਾਨਾਂ ਨਾਲ ਤੇਰਾ ਜਸ ਕਰਦਾ ਰਹਾ ਤੇ 20 ਤੋਂ 21, 21 ਤੋਂ 22, 22 ਤੋਂ 23, ਇੱਕ ਇੱਕ ਲੱਖ ਦਾ ਗੇੜਾ ਅਥਵਾ 20 ਲੱਖ ਦਾ ਗੇੜਾ ਜ਼ਬਾਨਾਂ ਦਾ ਆਉਂਦਾ ਰਹੇ। ਮੇਰੀਆਂ ਜ਼ਬਾਨਾਂ ਦੀ ਗਿਣਤੀ ਵੱਧਦੀ ਜਾਵੇ ਤੇ ਹਰ ਜ਼ਬਾਨ ਦੇ ਨਾਲ ਮੈਂ ਤੇਰੀ ਵਡਿਆਈ ਕਰਦਾ ਰਹਾ। ਲੱਖ ਲੱਖ ਗੇੜਾ ਆਖੀਐ, ਇਹਨਾਂ ਲੱਖਾਂ ਜ਼ਬਾਨਾਂ ਨਾਲ ਕੀ ਨਿੰਦਿਆ ਚੁਗਲੀ ਕਰਨੀ ਹੈ? ਲੱਖਾਂ ਜ਼ਬਾਨਾਂ ਦੇ ਨਾਲ ਕੋਈ ਬੁਰਾ ਭਲਾ ਕੌੜਾ ਬੋਲਣਾ ਹੈ? ਮਹਾਰਾਜ ਕਹਿੰਦੇ ਨਹੀਂ, ਏਕ ਨਾਮ ਜਗਦੀਸ਼। ਜਗਤ ਦੇ ਮਾਲਕ ਵਾਹਿਗੁਰੂ ਦਾ ਨਾਮ ਹੀ ਜਪਣਾ ਹੈ, ਕਿਉਂਕਿ ਸ਼ੇਸ਼ ਨਾਗ ਨੂੰ ਤੂੰ 1000 ਜ਼ਬਾਨ ਦਿੱਤੀ ਤੇ 2000 1000 ਉਹਨੂੰ ਫਨ ਦਿੱਤੀ, 2000 ਜ਼ਬਾਨਾਂ ਦਿੱਤੀਆਂ। ਆਪਣੀਆਂ ਸਾਰੀਆਂ ਜ਼ਬਾਨਾਂ ਦੇ ਨਾਲ ਉਹ ਤੇਰਾ ਜਸ ਕਰਦਾ ਹੈ, ਪਰ ਅੱਜ ਤੱਕ ਸ਼ੇਸ਼ ਨਾਗ ਤੇਰਾ ਅੰਤ ਨਹੀਂ ਪਾ ਸਕਿਆ। ਸ਼ੇਸ਼ ਨਾਗ ਸਿਰ ਸਹਿਸ ਬਣਾਈ, ਦੁਐ ਸਹੰਸ ਰਸਨਾ ਸੁਹਾਈ। ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਅਜੇ ਤੱਕ ਉਹਨੇ ਤੇਰਾ ਅੰਤ ਪਾਰਾਵਾਰ ਨਹੀਂ ਪਾਇਆ। ਕੇਤਾ ਆਖਣ ਆਖੀਐ, ਕਿੰਨੀ ਕੁ ਸਿਫਤ ਬਿਆਨ ਕਰੀਏ, ਅਥਵਾ ਅਖਿਆਨ ਭਾਵ ਵੇਦਾਂ ਦੁਆਰਾ ਕਥਨ ਕਰ ਕਰਕੇ ਕਿੰਨੀ ਕੁ ਤੇਰੀ ਸਿਫਤ ਉਚਾਰਨ ਕਰੀਏ। ਆਖਣ ਤੋਟ ਨਾ ਹੋਏ, ਬਿਆਨ ਕਰਨ ਨਾਲ ਉਚਾਰਨ ਕਰਨ ਨਾਲ ਤੇਰੀ ਸਿਫਤ ਮੁੱਕ ਨਹੀਂ ਸਕਦੀ। ਮੰਗਣ ਵਾਲੇ ਕੇਤੜੇ, ਦਾਤਾ ਏਕੋ ਸੋਏ। ਤੇਰੇ ਬਾਕੀ ਗੁਣਾਂ ਨੂੰ ਛੱਡ ਕੇ ਜੇ ਇੱਕ ਗੁਣ ਦੀ ਹੀ ਵਿਚਾਰ ਕਰੀਏ ਕਿ ਹੇ ਵਾਹਿਗੁਰੂ ਤੂੰ ਦਾਤਾ ਹੈ, ਤੇ ਮੈਂ ਹੈਰਾਨ ਜਿਹਾ ਹੋ ਜਾਂਦਾ ਹਾਂ ਕਿ ਦਾਤਾ ਇੱਕ ਹੈ ਪਰ ਮੰਗਣ ਵਾਲੀ ਸਾਰੀ ਦੁਨੀਆ ਹੈ। ਗੁਰਬਾਣੀ ਦਾ ਬਚਨ ਹੈ ਕਿ ਤੂੰ ਦਾਤਾ ਸਭ ਮੰਗਤੇ, ਇੱਕੋ ਦੇਵਨਹਾਰ। ਧਰਤੀ ਦੇ तमाम ਜੀਵ ਤੇਰੇ ਕੋਲੋਂ ਮੰਗਦੇ ਨੇ। ਬੇਸ਼ੱਕ ਕੋਈ ਧਰਤੀ ਤੇ ਭਿਖਾਰੀ ਹੈ, ਰਾਜਾ ਹੈ, ਪਰ ਤੇਰੇ ਘਰ ਦੇ ਸਾਰੇ ਹੀ ਮੰਗਤੇ ਹਨ। ਗਰੀਬ ਨਿਵਾਜ ਦਾ ਬਚਨ ਆਪ ਜੀ ਕੀਰਤਨ ਸੋਹਿਲੇ ਵਿੱਚ ਪੜ੍ਹਦੇ ਹੋ ਕਿ ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਜਦੋਂ ਪਰਮੇਸ਼ਰ ਦੇ ਦਿੱਤੇ ਹੋਏ ਦਾਨ ਦਾ ਹੀ ਕੋਈ ਮੁੱਲ ਨਹੀਂ, ਫਿਰ ਉਸ ਦਾਤੇ ਦਾ ਕੌਣ ਮੁੱਲ ਪਾ ਸਕਦਾ ਹੈ? ਉਹਦਾ ਤੇ ਦਾਨ ਹੀ ਬੇਸ਼ੁਮਾਰ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਮੰਗਣ ਵਾਲੇ ਕੇਤੜੇ। ਕਿੰਨੇ ਧਰਤੀ ਦੇ ਜੀਵ, ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ, ਪਾਰਸੀ, ਸਾਰੇ ਤੇਰੇ ਕੋਲੋਂ ਮੰਗਦੇ ਨੇ। ਫਿਰ ਇਹਨਾਂ ਤੋਂ ਇਲਾਵਾ 84 ਲੱਖ ਜੀਵ ਜੰਤੂ ਤੇਰੇ ਕੋਲੋਂ ਮੰਗਦੇ ਨੇ। ਤੂੰ ਸਾਰਿਆਂ ਦਾ ਥਾਂ ਥਾਈਂ ਪ੍ਰਬੰਧ ਕੀਤਾ ਹੈ। ਧਰਤੀ ਦੇ ਉੱਪਰ ਰਹਿਣ ਵਾਲੇ ਜੀਵ ਤਾਂ ਇੱਧਰ ਉੱਧਰ ਤੁਰ ਫਿਰ ਕੇ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਦਾ ਪ੍ਰਵਾਸ ਕਰਕੇ ਵੀ ਆਪਣੇ ਭੋਜਨ ਦੀ ਤਲਾਸ਼ ਕਰ ਲੈਣਗੇ,
ਪਰ ਪ੍ਰਮਾਤਮਾ ਤੂੰ ਤੇ ਪਾਣੀ ਵਿੱਚ ਵਸਣ ਵਾਲੇ ਜੀਵਾਂ ਦੇ ਰਿਜ਼ਕ ਦਾ ਵੀ ਪ੍ਰਬੰਧ ਕੀਤਾ ਹੈ। ਗੁਰਬਾਣੀ ਦਾ ਬਚਨ ਹੈ ਕਿ ਵਿੱਚ ਉਪਾਏ ਸਾਇਰਾਂ ਤਿਨਾਂ ਪੇ ਰੋਜੀ ਦੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਜਲ ਮਹਿ ਜੰਤ ਉਪਾਏ ਕੈ ਤਿਨਾਂ ਪੇ ਰੋਜੀ ਦੇ, ਉਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ, ਫਿਰ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਜਿਨ੍ਹਾਂ ਸਮੁੰਦਰਾਂ ਦੇ ਵਿੱਚ ਕੋਈ ਹੱਟੀ ਨਹੀਂ ਚੱਲਦੀ, ਨਾ ਖੇਤੀਬਾੜੀ ਹੁੰਦੀ ਹੈ, ਨਾ ਉੱਥੇ ਵਪਾਰ ਚੱਲਦਾ ਹੈ, ਭਾਵ ਕੋਈ ਬਿਜ਼ਨਸ ਨਹੀਂ, ਕੋਈ ਉੱਥੇ ਵੱਡੇ ਵੱਡੇ ਸ਼ਾਪਿੰਗ ਮਾਲ ਨਹੀਂ ਬਣੇ, ਪਰ ਹੇ ਪ੍ਰਮਾਤਮਾ ਤੂੰ ਉੱਥੇ ਵੀ ਜੀਵਾਂ ਦੇ ਰਿਜ਼ਕ ਦਾ ਪ੍ਰਬੰਧ ਕੀਤਾ। ਕਿਵੇਂ ਪ੍ਰਬੰਧ ਕੀਤਾ? ਜੀਆਂ ਕਾ ਆਹਾਰ ਜੀ, ਉੱਥੇ ਜੀਵ ਹੀ ਜੀਵਾਂ ਨੂੰ ਖਾ ਕੇ ਆਪਣਾ ਪੇਟ ਭਰਦੇ ਨੇ, ਇਹੀ ਉਹਨਾਂ ਦੀ ਖੁਰਾਕ ਹੈ। ਦਾਤਾ ਏਕੋ ਸੋਏ, ਦਾਤਾ ਇੱਕ ਹੈ ਪਰ ਸਾਰੀ ਦੁਨੀਆ ਦਾ ਉਹ ਖਿਆਲ ਰੱਖਦਾ ਹੈ। ਜਦੋਂ ਹਜ਼ਰਤ ਮੂਸਾ ਨੇ ਪ੍ਰਮਾਤਮਾ ਨੂੰ ਆਖਿਆ ਸੀ ਕਿ ਯਾ ਖੁਦਾ ਤੇਰੇ ਕੋਲ ਹੋਰ ਵੀ ਬੜੇ ਕੰਮ ਨੇ, ਇਹ ਰੋਜੀ ਰੋਟੀ ਦੇਣ ਦਾ ਕੰਮ ਤੂੰ ਆਪਣੇ ਕਿਸੇ ਪੈਗੰਬਰ ਕਿਸੇ ਅਵਤਾਰ ਨੂੰ ਦੇ ਦੇਣਾ ਸੀ, ਤੇਰੇ ਕੰਮਾਂ ਦਾ ਭਾਰ ਥੋੜਾ ਹੌਲਾ ਹੋ ਜਾਂਦਾ, ਕਿਸੇ ਅਵਤਾਰ ਕਿਸੇ ਪੈਗੰਬਰ ਨੂੰ ਤੂੰ ਰੋਜੀ ਰੋਟੀ ਦੇਣ ਦਾ ਕੰਮ ਸੌਂਪ ਦਿੰਦਾ। ਪਤਾ ਪਰਮੇਸ਼ਰ ਨੇ ਕੀ ਆਖਿਆ? ਹਜ਼ਰਤ ਮੂਸਾ, ਜਦੋਂ ਕਿਸੇ ਅਵਤਾਰ ਪੈਗੰਬਰ ਨੂੰ ਮੈਂ ਰੋਜੀ ਰੋਟੀ ਦੇਣ ਦਾ ਕੰਮ ਸੌਂਪ ਦੇਵਾਂਗਾ ਤੇ ਉਹਦੇ ਵਿੱਚ ਇੱਕ ਬੜਾ ਵੱਡਾ ਦੋਸ਼ ਆ ਜਾਵੇਗਾ। ਪਤਾ ਕੀ? ਕਿ ਜਿਹੜੇ ਅਵਤਾਰ ਪੈਗੰਬਰ ਹੋਣਗੇ ਉਹ ਆਪਣਿਆਂ ਨੂੰ ਤੇ ਰੋਟੀ ਦੇ ਦੇਣਗੇ ਪਰ ਦੂਜਿਆਂ ਨੂੰ ਰੋਟੀ ਨਹੀਂ ਦੇਣਗੇ, ਕਿਉਂਕਿ ਹਰ ਕੋਈ ਆਪਦਿਆਂ ਨੂੰ ਤੇ ਰਿਜ਼ਕ ਦੇ ਦਿੰਦਾ ਹੈ, ਦੂਜੇ ਨੂੰ ਕੋਈ ਨਹੀਂ ਦਿੰਦਾ। ਆਪਣੇ ਭੁੱਖੇ ਪੁੱਤ ਦੇ ਮੂੰਹ ਵਿੱਚ ਤਾਂ ਰੋਟੀ ਪਾ ਦਿੰਦਾ ਹੈ, ਆਪਦਾ ਪੁੱਤ ਤੇ ਭਾਵੇਂ ਫਿਰ ਰੱਜਿਆ ਪੁੱਜਿਆ ਵੀ ਕਿਉਂ ਨਾ ਹੋਵੇ ਉਹਨੂੰ ਤੇ ਫਿਰ ਵੀ ਪੁੱਛ ਲੈਂਦਾ ਹੈ, ਪਰ ਬੇਗਾਨਾ ਭੁੱਖ ਨਾਲ ਵਿਲਕਦਾ ਰੋਂਦਾ ਕੁਰਲਾਉਂਦਾ ਮਰ ਜਾਵੇ ਉਹਦੀ ਕੋਈ ਬਾਤ ਨਹੀਂ ਪੁੱਛਦਾ। ਇਸ ਕਰਕੇ ਆਪਣੇ ਹਮੇਸ਼ਾ ਆਪਣਿਆਂ ਨੂੰ ਹੀ ਰਿਜ਼ਕ ਦੇਣਗੇ, ਤਾਂ ਕਰਕੇ ਇਹ ਰਿਜ਼ਕ ਦੇਣ ਦਾ ਕੰਮ ਮੈਂ ਆਪਦੇ ਹੱਥਾਂ ਵਿੱਚ ਹੀ ਰੱਖਿਆ ਹੈ। ਦਾਤਾ ਏਕੋ ਸੋਏ, ਇੱਕ ਅਕਾਲ ਪੁਰਖ ਵਾਹਿਗੁਰੂ ਹੀ ਧਰਤੀ ਦੇ तमाम ਜੀਵਾਂ ਦਾ ਦਾਤਾ ਹੈ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਅਤੇ ਸਾਰਿਆਂ ਨੂੰ ਥਾਂ ਥਾਈਂ ਉਸੇ ਨੇ ਬਿਠਾਇਆ ਹੈ। ਜਿਸ ਕੇ ਜੀਅ ਪ੍ਰਾਨ ਹੈ ਮਨ ਵਸਿਆ ਸੁਖ ਹੋਏ। ਸਤਿਗੁਰੂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਪ੍ਰਮਾਤਮਾ ਨੇ ਜੀਵ ਆਤਮਾ ਅਤੇ ਸਵਾਸ ਦਿੱਤੇ ਨੇ, ਜੀਵ ਆਤਮਾ ਭਾਵ ਜਿੰਦ ਜਾਨ ਤੇ ਸਵਾਸ ਜਿਸ ਨੇ ਬਖਸ਼ਿਸ਼ ਕੀਤੇ ਨੇ, ਮਨ ਵਸਿਆ ਸੁਖ ਹੋਏ। ਜੇਕਰ ਉਹ ਅਕਾਲ ਪੁਰਖ ਵਾਹਿਗੁਰੂ ਮਨ ਵਿੱਚ ਵਸ ਜਾਵੇ ਤੇ ਫਿਰ ਜੀਵ ਨੂੰ ਸੁਖ ਹੋਏ, ਜ਼ਿੰਦਗੀ ਨੂੰ ਜੀਵ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਕਿਸੇ ਪ੍ਰਕਾਰ ਦੀ ਕੋਈ ਤੋਟ ਨਹੀਂ ਰਹਿੰਦੀ ਤੇ ਨਾ ਹੀ ਮਨ ਅੰਦਰ ਕੋਈ ਚਿੰਤਾ ਪਰੇਸ਼ਾਨੀ ਹੁੰਦੀ ਹੈ। ਮਨ ਬਿਲਕੁਲ ਸੁਖ ਅਤੇ ਆਰਾਮ ਵਿੱਚ ਹੁੰਦਾ ਹੈ। ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ। ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਇਹ ਜਗਤ ਇੱਕ ਸੁਪਨਾ ਹੈ ਅਥਵਾ ਇਹ ਬਾਜੀਗਰ ਦੀ ਬਾਜੀ ਹੈ। ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ। ਜਿਹੋ ਜਿਹਾ ਰਾਤ ਦਾ ਸੁਪਨਾ ਵੇਖ ਲਿਆ ਉਹੋ ਜਿਹੀ ਇਹ ਜ਼ਿੰਦਗੀ ਦਾ ਤਮਾਸ਼ਾ, ਜ਼ਿੰਦਗੀ ਦੇ ਰੰਗ ਵੇਖ ਲਏ। ਕਿਉਂਕਿ ਜਿੰਨਾ ਸਮਾਂ ਅਸੀਂ ਆਪਣੀ ਜ਼ਿੰਦਗੀ ਦਾ ਬਤੀਤ ਕਰ ਲਿਆ ਹੈ, ਜੇ ਉਸ ਸਮੇਂ ਵੱਲ ਵੇਖੀਏ ਤੇ ਫਿਰ ਅਹਿਸਾਸ ਹੁੰਦਾ ਹੈ ਕਿ ਜਿਵੇਂ ਇੱਕ ਸੁਪਨਾ ਵੇਖ ਕੇ ਉੱਠੇ ਹੋਈਏ। ਭਾਵੇਂ 20 ਸਾਲ 30 ਸਾਲ 40 ਸਾਲ ਬੀਤ ਗਏ ਹੋਣ, ਪਰ ਜਿੰਨੇ ਸਾਲ ਬੀਤ ਚੁੱਕੇ ਨੇ ਉਸ ਸਮੇਂ ਵੱਲ ਕਦੇ ਧਿਆਨ ਮਾਰ ਕੇ ਵੇਖਿਓ, ਇੰਜ ਲੱਗੇਗਾ ਜਿਵੇਂ ਇੱਕ ਸੁਪਨਾ ਵੇਖ ਕੇ ਹਟੇ ਹਾਂ।
ਤੇ ਜਦੋਂ ਸਾਰੀ ਉਮਰ ਬੀਤ ਜਾਂਦੀ ਹੈ ਫਿਰ ਵੀ ਇੰਜ ਹੀ ਪ੍ਰਤੀਤ ਹੁੰਦਾ ਕਿ ਜਿਵੇਂ ਕੋਈ ਸੁਪਨਾ ਵੇਖ ਕੇ ਉੱਠੇ ਹੋਈਏ। ਜਿਉਂ ਸੁਪਨਾ ਅਰ ਵੇਖਣਾ ਐਸੇ ਜਗ ਕੋ ਜਾਣ। ਮਹਾਰਾਜ ਕਹਿੰਦੇ ਇਹ ਜਗਤ ਤਾਂ ਭਾਈ ਸੁਪਨਾ ਹੈ, ਇਹੋ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਿਹ ਵਿਚਾਰ। ਕਿਹੜੇ ਹਿਸਾਬ ਨਾਲ ਤੂੰ ਇਹਨੂੰ ਸੱਚਾ ਮੰਨ ਲਿਆ? ਇਹ ਤਾਂ ਇੱਕ ਧੂਏ ਦਾ ਪਹਾੜ ਹੈ, ਧੂਏ ਦੇ ਬੱਦਲ ਨੇ, ਉੱਡ ਪੁੱਡ ਜਾਣਗੇ। ਜੋ ਦੀਸੈ ਸੋ ਸਗਲ ਬਿਨਾਸੈ, ਜੋ ਦੀਸੈ ਸੋ ਸਗਲ ਬਿਨਾਸੈ, ਜੋ ਬਾਦਰ ਕੀ ਛਾਈ। ਜਿਵੇਂ ਬੱਦਲ ਦੀ ਛਾਂ ਹਮੇਸ਼ਾ ਨਹੀਂ ਰਹਿੰਦੀ। ਹੁਣ ਕੋਈ ਬੰਦਾ ਬੱਦਲ ਦੀ ਛਾਵੇਂ ਬੈਠਾ ਹੋਵੇ ਤੇ ਉਹਨੂੰ ਕੋਈ ਸਿਆਣਾ ਆਖੇ ਕਿ ਦੇਖ ਗਰਮੀ ਦੀ ਰੁੱਤ ਵਿੱਚ ਰੁੱਖ ਬੜੇ ਲਾਭਕਾਰੀ ਹੁੰਦੇ ਨੇ, ਆਪਣੇ ਘਰ ਦੇ ਬੂਹੇ ਅੱਗੇ ਕੋਈ ਰੁੱਖ ਲਾ, ਕੋਈ ਬੂਟਾ ਲਾ, ਤੇ ਅੱਗੋਂ ਜਵਾਬ ਮਿਲੇ ਕਿ ਰੁੱਖ ਲਾਉਣ ਦੀ ਕੀ ਲੋੜ ਹੈ, ਦੇਖ ਬੱਦਲ ਦੀ ਛਾਂ ਕਿੰਨੀ ਸੁੰਦਰ ਹੈ, ਮੈਂ ਬੱਦਲ ਦੀ ਛਾਂ ਹੇਠਾਂ ਬੈਠਾ ਹਾਂ। ਤੇ ਸਿਆਣਾ ਬੰਦਾ ਆਖੇਗਾ ਮੂਰਖਾ, ਇਹ ਬੱਦਲ ਦੀ ਛਾਂ ਤੇ ਕੁਝ ਪਲਾਂ ਵਿੱਚ ਖਤਮ ਹੋ ਜਾਏਗੀ, ਇਹ ਛਾਂ ਹਮੇਸ਼ਾ ਨਹੀਂ ਰਹਿਣੀ। ਜੇ ਸਦੀਵੀ ਛਾਂ ਦਾ ਸੁੱਖ ਮੰਨਣਾ ਹੈ ਫਿਰ ਤੈਨੂੰ ਰੁੱਖ ਲਗਾਉਣਾ ਪਵੇਗਾ। ਬਸ ਇਸੇ ਤਰ੍ਹਾਂ ਇਹ ਦੁਨਿਆਵੀ ਸੁੱਖਾਂ ਦੀ ਛਾਂ ਇੱਕ ਬੱਦਲ ਦੀ ਛਾਂ ਹੈ, ਇਹ ਖਤਮ ਹੋ ਜਾਵੇਗੀ। ਇਹ ਇੱਕ ਬਾਜੀਗਰ ਦੀ ਬਾਜੀ ਹੈ, ਖਿਨ ਮਹਿ ਖੇਲ ਖਿਲਾਏ। ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਵੇਂ ਬਾਜੀਗਰ ਇੱਕ ਜਾਦੂਗਰ ਕੁਝ ਪਲਾਂ ਦੇ ਵਿੱਚ ਹੀ ਆਪਣੀ ਖੇਡ ਮੁਕਾ ਕੇ ਸਾਰਾ ਸਾਜੋ ਸਮਾਨ ਸਮੇਟ ਲੈਂਦਾ ਹੈ। ਕਈ ਕੁਝ ਬਣਾਉਂਦਾ, ਕਈ ਕੁਝ ਵਿਖਾਉਂਦਾ, ਪਰ ਜਿੰਨਾ ਕੁਝ ਵਿਖਾਉਂਦਾ ਹੈ ਉਹ ਸਾਰੇ ਸਾਜੋ ਸਮਾਨ ਨੂੰ ਜਦੋਂ ਸਮੇਟ ਲੈਂਦਾ ਤੇ ਇੱਕ ਝੋਲੇ ਵਿੱਚ ਪਾ ਕੇ ਇਕੱਠਾ ਕਰਕੇ ਤੁਰ ਪੈਂਦਾ ਹੈ। ਪਸਾਰਾ ਬੜਾ ਪਸਾਰਿਆ ਸੀ, ਪਰ ਅਖੀਰ ਤੇ ਸਿਮਟ ਕੇ ਇੱਕ ਝੋਲੇ ਦੇ ਵਿੱਚ ਪਾ ਦਿੱਤਾ। ਹੇ ਭਾਈ, ਇਹ ਸੰਸਾਰ ਦਾ ਪਸਾਰਾ ਬਾਜੀਗਰ ਦੀ ਬਾਜੀ ਵਾਂਗ ਹੈ, ਜਾਦੂਗਰ ਦੇ ਤਮਾਸ਼ੇ ਵਾਂਗ ਹੈ। ਇਹੋ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਗਰੀਬ ਨਵਾਜ ਕਹਿੰਦੇ ਇਹ ਜਾਦੂਗਰੀ ਮੇਲਾ ਹੈ ਭਾਈ, ਇਹ ਦਸਤਗੀਰੀ ਭਾਵ ਇਥੋਂ ਪਕੜੀ ਜਾਣ ਵਾਲੀ ਕੋਈ ਵੀ ਚੀਜ਼ ਨਹੀਂ, ਹੱਥ ਆਉਣ ਵਾਲਾ ਕੁਝ ਨਹੀਂ ਹੈ, ਸਭ ਕੁਝ ਬਿਨਸਨਹਾਰ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ। ਜੋ ਕੁਝ ਵੀ ਅੱਖਾਂ ਨਾਲ ਵੇਖਦੇ ਹੋ, ਮਹਾਰਾਜ ਕਹਿੰਦੇ ਇੱਕ ਦਿਨ ਖਤਮ ਜ਼ਰੂਰ ਹੋਵੇਗਾ। ਖਿਨ ਮਹਿ ਖੇਲ ਖਿਲਾਏ। ਅਕਾਲ ਪੁਰਖ ਵਾਹਿਗੁਰੂ ਬਾਜੀਗਰ ਹੈ ਤੇ ਸੰਸਾਰ ਦੀ ਖੇਡ ਨੂੰ ਉਹ ਆਪ ਖੇਡਦਾ ਹੈ। ਸੰਜੋਗੀ ਮਿਲ ਏਕ ਸੇਵ, ਜੋਗੀ ਉੱਠ ਜਾਏ। ਸੰਜੋਗੀ ਭਾਵ ਸਤ ਸੰਜੋਗੀ, ਜਿਹੜੇ ਸੰਗਤ ਦੇ ਮਿਲਾਪ ਕਰਨ ਵਾਲੇ ਨੇ, ਸਤ ਸੰਗੀ ਨੇ, ਉਹ ਅਕਾਲ ਪੁਰਖ ਵਾਹਿਗੁਰੂ ਵਿੱਚ ਮਿਲ ਜਾਂਦੇ ਹਨ। ਤੇ ਵਿਜੋਗੀ ਜੋ ਸੰਗਤ ਤੋਂ, ਰੱਬ ਦੇ ਪਿਆਰਿਆਂ ਤੋਂ ਵਿਛੜੇ ਨੇ, ਉੱਠ ਜਾਏ, ਉਹ ਆਪਣੀ ਪੱਤ ਗਵਾ ਕੇ ਸੰਸਾਰ ਤੋਂ ਉੱਠ ਜਾਂਦੇ ਹਨ। ਭਾਵ ਕਿ ਸੰਸਾਰ ਦੇ ਉੱਪਰੋਂ ਇਸੇ ਤਰ੍ਹਾਂ ਖਾਲੀ ਹੱਥ ਹੀ ਚਲੇ ਜਾਂਦੇ ਨੇ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਇਹ ਹਾਲਤ ਵਿਜੋਗੀਆਂ ਦੀ ਹੁੰਦੀ ਹੈ, ਭਾਵ ਜਿਹੜੇ ਪਰਮੇਸ਼ਰ ਨਾਲੋਂ, ਸੰਗਤ ਨਾਲੋਂ ਵਿਛੜੇ ਹਨ। ਜੋ ਤਿਸ ਭਾਣ ਸੋ ਥੀਐ, ਅਵਰ ਨਾ ਕਰਨਾ ਜਾਏ। ਜੋ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੈ ਉਹੀ ਵਾਪਰਦਾ ਹੈ, ਉਹਦੀ ਰਜ਼ਾ ਤੋਂ ਉਲਟ ਕੁਝ ਵੀ ਨਹੀਂ ਹੋ ਸਕਦਾ। ਸੋ ਥੀਐ, ਉਹੀ ਹੁੰਦਾ ਹੈ ਜੋ ਕੁਝ ਰੱਬ ਨੂੰ ਮਨਜ਼ੂਰ ਹੋ। ਹੋਤਾ ਵਹੀ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ। ਅਵਰ ਨਾ ਕਰਨਾ ਜਾਏ। ਅਵਰ ਨਾ ਭਾਵ ਹੋਰ ਕੁਝ ਵੀ ਨਹੀਂ ਕੀਤਾ ਜਾ ਸਕਦਾ, ਭਾਵ ਕਿ ਉਹਦੇ ਹੁਕਮ ਤੋਂ ਬਗੈਰ ਜੀਵ ਕੁਝ ਵੀ ਨਹੀਂ ਕਰ ਸਕਦਾ। ਜੋ ਕੁਝ ਵੀ ਕਰਦਾ ਹੈ ਉਹਦੇ ਹੁਕਮ ਅਧੀਨ ਕਰਦਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ।
ਸਾਰੀ ਧਰਤੀ ਦੇ तमाम ਜੀਵ ਉਸ ਵਾਹਿਗੁਰੂ ਦੇ ਬਣਾਏ ਹੁਕਮ ਵਿੱਚ ਹਨ। ਹੁਕਮ ਰੂਪੀ ਸੂਤ ਦੇ ਵਿੱਚ ਉਹਨੇ ਸਾਰਿਆਂ ਨੂੰ ਪਰੋਇਆ ਹੈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਮਹਾਰਾਜ ਕਹਿੰਦੇ ਜਿਵੇਂ ਇੱਕ ਸੂਤ ਦੇ ਵਿੱਚ ਸੈਂਕੜੇ ਹੀ ਮਣਕੇ ਪਰੋਏ ਜਾਂਦੇ ਨੇ, ਇਵੇਂ ਇੱਕ ਹੁਕਮ ਰੂਪੀ ਸੂਤ ਦੇ ਵਿੱਚ ਉਹਨੇ ਸਾਰੀ ਦੁਨੀਆ ਦੇ ਜੀਵਾਂ ਨੂੰ ਪਰੋਇਆ ਹੈ। ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ। ਗੁਰਮੁਖ ਵਸਤ ਵਿਸਾਹੀਐ, ਸਚ ਵਖਰ ਸਚ ਰਾਸ। ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਸਿੱਖ ਜਨ ਵਸਤ ਵਿਸਾਹੀ ਹੈ, ਨਾਮ ਰੂਪੀ ਵਸਤੂ ਨੂੰ ਵਿਸਾਹੀ ਹੈ, ਭਾਵ ਵਿਹਾਜਦੇ ਨੇ, ਇਕੱਤਰ ਕਰਦੇ ਨੇ। ਸੱਚ ਵਖਰ ਸੱਚ ਰਾਸ, ਨਾਮ ਹੀ ਸੱਚਾ ਸੌਦਾ ਹੈ, ਨਾਮ ਹੀ ਸੱਚੀ ਪੂੰਜੀ ਹੈ। ਨਾਮ ਤੋਂ ਇਲਾਵਾ ਭਾਈ ਦੁਨੀਆ ਦਾ ਸੌਦਾ ਝੂਠਾ ਹੈ ਔਰ ਇਹ ਸੌਦਾ ਬਿਨਸਨਹਾਰ ਹੈ। ਮਹਾਰਾਜ ਕਹਿੰਦੇ ਨੇ ਸੱਚਾ ਵਖਰ ਹਰ ਨਾਮ ਹੈ, ਪਰਮੇਸ਼ਰ ਦਾ ਨਾਮ ਹੀ ਭਾਈ ਸੱਚਾ ਸੌਦਾ ਹੈ। ਭਗਤ ਰਵਿਦਾਸ ਜੀ ਦਾ ਪਾਵਨ ਬਚਨ ਹੈ ਕਿ ਮੈਂ ਤਾਂ ਨਾਮ ਰੂਪੀ ਧਨ ਨੂੰ ਆਪਣੀ ਛੱਟ ਬਣਾਇਆ ਹੈ, ਪਰ ਦੁਨੀਆ ਦੇ ਲੋਕਾਂ ਨੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਲੱਦ ਲਈ ਹੈ। ਮੈਂ RAM ਨਾਮ ਧਨ ਲਾਦਿਆ, ਬਿਖ ਲਾਦੀ ਸੰਸਾਰ। ਸੰਸਾਰ ਦੇ ਲੋਕਾਂ ਨੇ ਜ਼ਹਿਰ ਦੀਆਂ ਪੰਡਾਂ ਭਰ ਭਰ ਕੇ ਆਪਣੇ ਸਿਰ ਤੇ ਚੁੱਕੀਆਂ ਨੇ, ਭਾਵ ਵਿਸ਼ੇ ਵਿਕਾਰਾਂ ਦੀਆਂ ਪੰਡਾਂ। ਪਰ ਗੁਰੂ ਦੀ ਕਿਰਪਾ ਦੁਆਰਾ ਮੈਂ ਨਾਮ ਰੂਪੀ ਸੌਦੇ ਨੂੰ ਇੱਥੋਂ ਵਿਹਾਜਿਆ ਹੈ, ਨਾਮ ਰੂਪੀ ਸੌਦਾ ਲੈ ਕੇ ਜਾ ਰਿਹਾ ਹਾਂ। ਜਿਨੀ ਸੱਚ ਵਣੰਜਿਆ, ਗੁਰ ਪੂਰੇ ਸਾਬਾਸ। ਜਿਨ੍ਹਾਂ ਨੇ ਸੱਚੇ ਨਾਮ ਦਾ ਵਪਾਰ ਕੀਤਾ, ਜਿਨ੍ਹਾਂ ਸੱਚੇ ਨਾਮ ਨੂੰ ਹੀ ਆਪਣਾ ਵਪਾਰ ਬਣਾ ਲਿਆ, ਮਹਾਰਾਜ ਕਹਿੰਦੇ ਗੁਰ ਪੂਰੇ ਸਾਬਾਸ। ਉਹਨਾਂ ਜੀਵਾਂ ਨੇ ਪੂਰੇ ਗੁਰੂ ਦਾ ਸਾਬਾਸ ਮਤਲਬ ਧੰਨਵਾਦ ਕੀਤਾ। ਸਾਬਾਸ ਦਾ ਅਰਥ ਜਿੱਥੇ ਧੰਨਵਾਦ ਹੈ ਉਥੇ ਸਾਬਾਸ ਮਤਲਬ ਵਡਿਆਈ, ਪੂਰੇ ਗੁਰੂ ਦੀ ਵਡਿਆਈ, ਪੂਰੇ ਗੁਰੂ ਦਾ ਸ਼ੁਕਰ ਕੀਤਾ ਜਿਨ੍ਹਾਂ ਗੁਰਮੁਖਾਂ ਨੇ ਇਸ ਸੰਸਾਰ ਤੇ ਰਹਿੰਦਿਆਂ ਹੋਇਆਂ ਸੱਚੇ ਨਾਮ ਦਾ ਵਪਾਰ ਕੀਤਾ ਹੈ। ਨਾਨਕ ਵਸਤ ਪਛਾਣ ਸੀ, ਸੱਚ ਸੌਦਾ ਜਿਸ ਪਾਸ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਹੋਏ ਕਰਤਾਰਪੁਰ ਵਿੱਚ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਬਖਸ਼ਿਸ਼ ਕਰਦੇ ਹਨ ਕਿ ਵਸਤ ਪਛਾਣ ਸੀ। ਨਾਮ ਰੂਪੀ ਵਸਤੂ ਨੂੰ ਜਿਹੜੇ ਗੁਰਮੁਖ ਪਿਆਰੇ ਪਛਾਣ ਲੈਂਦੇ ਨੇ, ਭਾਵ ਨਾਮ ਰੂਪੀ ਵਸਤੂ ਦੀ ਪਰਖ ਕਰਦੇ ਹਨ। ਸੱਚ ਸੌਦਾ ਜਿਸ ਪਾਸ, ਉਹੀ ਪਰਖ ਕਰ ਸਕਦੇ ਨੇ ਜਿਨ੍ਹਾਂ ਦੇ ਕੋਲ ਸੱਚੇ ਨਾਮ ਦਾ ਸੌਦਾ ਹੈ, ਭਾਵ ਸੱਚੇ ਨਾਮ ਨੂੰ ਹੀ ਜਿਨ੍ਹਾਂ ਨੇ ਆਪਣਾ ਆਧਾਰ ਬਣਾਇਆ। ਹਰ ਨਾਮ ਤਾਣ, ਹਰ ਨਾਮ ਦੀ ਬਾਣ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਐ ਹਮ ਕੋ ਤ੍ਰਿਪਤ ਪਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੈ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਨਾਮ ਹੀ ਭੋਜਨ ਹੈ, ਨਾਮ ਹੀ ਬਸਤਰ ਨੇ, ਤੇ ਨਾਮ ਤੋਂ ਇਲਾਵਾ ਕਿਸੇ ਹੋਰ ਬਸਤਰ ਨੂੰ ਪਾਉਣ ਦੀ ਕੋਈ ਇੱਛਾ ਨਹੀਂ, ਤੇ ਨਾਮ ਤੋਂ ਬਗੈਰ ਕਿਸੇ ਹੋਰ ਭੋਜਨ ਨੂੰ ਖਾਣ ਦੀ ਵੀ ਇੱਛਾ ਨਹੀਂ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਿਨ ਸਤਿਗੁਰ ਪੂਰਾ। ਜਿਹੜੇ ਪੂਰੇ ਸਤਿਗੁਰੂ ਦੇ ਚਰਨੀ ਲੱਗੇ ਨੇ, ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਹੀ ਆਪਣਾ ਭੋਜਨ ਬਣਾਇਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਸੱਚ ਸੌਦਾ ਜਿਸ ਪਾਸ। ਇਹ ਭਾਈ ਸੱਚਾ ਗੁਰੂ ਹੀ ਸਾਰੀਆਂ ਦਾਤਾਂ ਦਾ ਮਾਲਕ ਹੈ, ਜਿਹਦੇ ਕੋਲੇ ਨਾਮ ਰੂਪੀ ਸੱਚਾ ਸੌਦਾ ਹੈ। ਉਹ ਇਸੇ ਸੱਚੇ ਸੌਦੇ ਦੁਆਰਾ ਗੁਰਸਿੱਖ ਆਪਣੇ ਗੁਰਸਿੱਖਾਂ ਨੂੰ ਨਿਹਾਲ ਕਰਦਾ ਹੈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸੱਚਾ ਸੌਦਾ ਕੀਤਾ। ਸੱਚਾ ਮਤਲਬ ਖਰਾ, ਖਰਾ ਭਾਵ ਲਾਭਕਾਰੀ। ਦਰਅਸਲ ਬਾਬਾ ਮਹਿਤਾ ਕਾਲੂ ਨੇ ਇਹੀ ਆਖਿਆ ਸੀ, ਬੇਟਾ ਉਹ ਵਪਾਰ ਕਰਨਾ ਹੈ ਜਿਸ ਵਿੱਚ ਵੱਧ ਤੋਂ ਵੱਧ ਲਾਭ ਹੋਵੇ।
ਜਿਹਦੇ ਵਿੱਚ ਵੱਧ ਤੋਂ ਵੱਧ ਫਾਇਦਾ ਹੋਵੇ। ਕਿਉਂਕਿ ਹਰ ਵਪਾਰੀ ਦੀ ਸੋਚ ਹੁੰਦੀ ਹੈ ਕਿ ਖਰਚਾ ਘੱਟ ਹੋਵੇ ਤੇ ਕਮਾਈ ਵੱਧ ਹੋਵੇ। ਬਾਬਾ ਮਹਿਤਾ ਕਾਲੂ ਵੀ ਇਹੀ ਚਾਹੁੰਦੇ ਸੀ। ਆ ਚੁੱਕ ਬੇਟਾ 20 ਰੁਪਏ ਤੇ ਵਪਾਰ ਉਹ ਕਰੀ ਜਿਹੜਾ ਲਾਭਕਾਰੀ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੂੜਕਾਣੇ ਦੀ ਮੰਡੀ ਤੋਂ ਸੌਦਾ ਖਰੀਦ ਲਿਆ। ਭਾਈ ਮਰਦਾਨੇ ਦੇ ਸਿਰ ਤੇ ਸੌਦਾ ਚੁਕਾਇਆ ਹੈ ਤੇ ਸਤਿਗੁਰੂ ਪਾਤਸ਼ਾਹ ਤੁਰੇ ਆ ਰਹੇ ਨੇ। ਰਸਤੇ ਵਿੱਚ ਭੁੱਖੇ ਸਾਧੂਆਂ ਨੂੰ ਦੇਖਿਆ ਤੇ ਗੁਰੂ ਪਾਤਸ਼ਾਹ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ, ਪਿਤਾ ਜੀ ਨੇ ਹੁਕਮ ਕੀਤਾ ਸੀ ਕਿ ਉਹ ਸੌਦਾ ਕਰਨਾ, ਉਹ ਵਪਾਰ ਕਰਨਾ ਜਿਹਦੇ ਵਿੱਚ ਵੱਧ ਤੋਂ ਵੱਧ ਲਾਭ ਹੋਵੇ। ਤੇ ਮੈਨੂੰ ਇੰਜ ਲੱਗਦਾ ਹੈ ਕਿ ਜੇ ਇਹਨਾਂ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਦਈਏ, ਇਹਦੇ ਨਾਲੋਂ ਵੱਡਾ ਲਾਭ ਕੋਈ ਵੀ ਨਹੀਂ ਹੋ ਸਕਦਾ। ਆਖੋ ਸਤਨਾਮ। ਇਹ ਸਭ ਤੋਂ ਵੱਡਾ ਲਾਭਕਾਰੀ ਸੌਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਪ ਵੀ ਸੱਚਾ ਸੌਦਾ ਕੀਤਾ ਤੇ ਗੁਰਸਿੱਖਾਂ ਨੂੰ ਵੀ ਸੱਚਾ ਸੌਦਾ ਕਰਨ ਦਾ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਭਾਈ, ਨਾਮ ਹੀ ਸੱਚਾ ਸੌਦਾ ਹੈ। ਨਾਮ ਜਪ ਕੇ ਹੀ ਸਤ ਸੰਗਤ ਰੂਪੀ ਹੱਟ ਤੇ ਗੁਰਮੁਖ ਪਿਆਰੇ ਇਹ ਵਪਾਰ ਕਰਦੇ ਨੇ। ਹਰਿ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ, ਖਰਚ ਰਹੇ ਕਿਛ ਨਿਖੁਟੈ ਨਾਹੀ। ਇਸ ਧਨ ਦੇ ਵਿੱਚ ਕਦੇ ਵੀ ਤੋਟਾ ਨਹੀਂ ਆਉਂਦਾ ਭਾਈ, ਇਹ ਧਨ ਕਦੇ ਵੀ ਮੁੱਕਦਾ ਨਹੀਂ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਵਿੱਚ ਸਿੱਖ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ। ਉਹਨਾਂ ਦੇ ਵਿਕਾਰਾਂ ਦੇ ਬੰਧਨ ਕੱਟ ਦਿੱਤੇ, ਸੰਸਾਰੀ ਬੰਧਨ ਕੱਟ ਕੇ ਪਰਮੇਸ਼ਰ ਦੇ ਨਾਲ ਜੋੜ ਦਿੱਤਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਕਲਯੁਗੀ ਹਿਰਦਿਆਂ ਵਿੱਚ ਵਸ ਜਾਵੇ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਦੀ ਦਾਤ ਪ੍ਰਾਪਤ ਹੋ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਰਬੱਤ ਸੰਗਤ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਿਨੀ ਸੱਚ ਵਨੰਜਿਆ ਗੁਰ ਪੂਰੇ ਸਾਬਾਸ, ਨਾਨਕ ਵਸਤ ਪਛਾਨ ਸੀ ਸੱਚ ਸੋਦਾ ਜਿਸ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ